ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੀ ਰਜ ਸ਼੍ਰਿੰਖਲ ਗਲ ਪਾਏ। ਮਨ ਗੋਇੰਦ ਕੋ ਰੋਕ ਕਰ ਕਹੋ ਕਥਾ ਗਤ ਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਦ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਗਰੀਬ ਨਵਾਜ ਭਾਈ ਲਾਲੋ ਜੀ ਦੇ ਘਰ ਆਏ ਨੇ। ਏਮਨਾਬਾਦ ਨਗਰ ਵਿੱਚ ਸਤਿਗੁਰਾਂ ਨੇ ਨਿਵਾਸ ਕੀਤਾ। ਦਿਨ ਦੇ ਸਮੇਂ ਗਰੀਬ ਨਵਾਜ ਜੀ ਨਗਰ ਤੋਂ ਬਾਹਰ ਜਾ ਕੇ ਸਾਧਨਾ ਵਿੱਚ ਆਪਣੇ ਨਿਜ ਸਰੂਪ ਵਿੱਚ ਅਭੇਦ ਹੁੰਦੇ ਨੇ। ਪਿਛਲੇ ਪਹਿਰ ਸ਼ਾਮ ਨੂੰ ਘਰ ਆਉਂਦੇ ਆ। ਭਾਈ ਲਾਲੋ ਜੀ ਬੜੇ ਪਿਆਰ ਨਾਲ ਸੇਵਾ ਕਰਦੇ, ਮਹਾਰਾਜ ਜੀ ਨੂੰ ਭੋਜਨ ਛਕਾਉਂਦੇ, ਬੁੱਠੀ ਚਾਪੀ ਕਰਦੇ, ਬ੍ਰਹਮ ਗਿਆਨ ਦੀ ਚਰਚਾ ਹੁੰਦੀ ਹੈ। ਆਤਮਾ ਦੇ ਗਿਆਨ ਦਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਭਾਈ ਲਾਲੋ ਜੀ ਨੂੰ ਬਖਸ਼ਦੇ ਹਨ। ਗੁਰਦੇਵ ਦੇ ਚਰਨਾਂ ਨੂੰ ਸਪਰਸ਼ ਕਰਕੇ, ਗੁਰਦੇਵ ਦੇ ਉਪਦੇਸ਼ ਨੂੰ ਸਰਵਣ ਕਰਕੇ ਭਾਈ ਲਾਲੋ ਜੀ ਆਤਮਾ ਦੀ ਇੱਕ ਐਸੇ ਸਿਖਰ ਦੀ ਅਵਸਥਾ 'ਤੇ ਪਹੁੰਚ ਗਏ ਨੇ ਜਿੱਥੇ ਜਾ ਕੇ ਸਭ ਥਾਈਂ ਬ੍ਰਹਮ ਦਾ ਸਵਰੂਪ ਹੀ ਨਜ਼ਰ ਆਉਂਦਾ। ਸੰਸਾਰ ਮਿਥਿਆ ਭਾਸਦਾ ਹੈ। ਏਮਨਾਬਾਦ ਵਿੱਚ ਸਤਿਗੁਰੂ ਜੀ ਨੇ ਜੋ ਚੋਜ ਕੀਤੇ ਹਨ, ਜਿਵੇਂ ਮਲਕ ਭਾਗੋ ਨੂੰ ਮਹਾਰਾਜ ਜੀ ਨੇ ਬੁੱਧੀ ਪ੍ਰਦਾਨ ਕੀਤੀ ਹੈ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਗ੍ਰੰਥ ਦਾ ਇਹ ਪੁਰਬਾਰਧ ਹਿੱਸੇ ਦਾ 39ਵਾਂ ਅਧਿਆਇ ਹੈ ਜੋ ਪ੍ਰਾਰੰਭ ਹੋ ਰਿਹਾ ਹੈ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੀ ਰਜ ਸ਼੍ਰਿੰਖਲ ਗਲ ਪਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੀ ਜਿਹੜੀ ਰਜ ਧੂੜੀ ਹੈ, ਉਹਦਾ ਸੰਗਲ ਮੈਂ ਆਪਣੇ ਕੰਠ ਵਿੱਚ, ਆਪਣੇ ਗਲ ਵਿੱਚ ਧਾਰਦਾ। ਕਿਹੜੇ ਗਲ 'ਚ ਦੱਸਦੇ ਹਨ? ਮਨ ਗੋਇੰਦ ਕੋ ਰੋਕ ਕਰ
ਕਹੋ ਕਥਾ ਗਤ ਦਾਈ। ਮਨ ਗਇੰਦ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਮੈਂ ਆਪਣੇ ਮਨ ਰੂਪੀ ਹਾਥੀ ਦੇ ਗਲ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜੀ ਦਾ ਸੰਗਲ ਪਾ ਕੇ, ਯਾਨੀ ਕਿ ਆਪਣੇ ਮਨ ਨੂੰ ਕਾਬੂ ਕਰਕੇ, ਇਕਾਗਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਕਹਿੰਦਾ ਹਾਂ, ਸੁਣਾਉਂਦਾ ਹਾਂ। ਸ਼੍ਰੀ ਬਾਲਾ ਸੰਧੂ ਆਚ ਚੌਪਈ ਏ ਬਿਦ ਨਗਰ ਏਮਨਾਵਾਦੂ। ਇਸ ਪ੍ਰਕਾਰ ਨਾਲ ਏਮਨਾਬਾਦ ਨਗਰ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਰਹੇ ਹੇਤ ਲਾਲੋ ਐ ਲਾਦੂ। ਭਾਈ ਲਾਲੋ ਦੇ ਮਨ ਦੀ ਖੁਸ਼ੀ ਲਈ, ਕਿਉਂਕਿ ਭਾਈ ਲਾਲੋ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮਹੀਨਾ ਭਰ ਆਪ ਜੀ ਕਿਰਪਾ ਕਰਕੇ ਮੇਰੇ ਕੋਲ ਰਹਿ ਕੇ ਮੈਨੂੰ ਦਰਸ਼ਨ ਦਿਓ, ਫਿਰ ਭਵੇਂ ਚਲੇ ਜਾਣਾ। ਤੋ ਭਾਈ ਲਾਲੋ ਜੀ ਦੇ ਪ੍ਰੇਮ ਦੇ ਵਸ ਹੋ ਕੇ ਭਾਈ ਲਾਲੋ ਦੇ ਮਨ ਨੂੰ ਖੇੜਾ ਦੇਣ ਵਾਸਤੇ ਸਤਿਗੁਰੂ ਜੀ ਰਹੇ ਹਨ। 15 ਬਾਸੁਰ ਜਬੀ ਬਤੀਤੇ। ਤਕਰੀਬਨ 15 ਦਿਨ ਸਤਿਗੁਰੂ ਜੀ ਨੂੰ ਏਮਨਾਬਾਦ ਨਗਰ ਦੇ ਵਿੱਚ ਬਤੀਤ ਹੋ ਗਏ। ਸੇਵੈ ਚਰਨ ਕਮਲ ਔਰ ਪ੍ਰੀਤੇ। ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਨੂੰ ਭਾਈ ਸਾਹਿਬ ਬੜੇ ਪ੍ਰੇਮ ਨਾਲ ਪੂਜਦੇ ਨੇ। ਮਹਾਰਾਜ ਜੀ ਦੇ ਚਰਨ ਕਮਲਾਂ ਦੀ ਆਰਾਧਨਾ ਕਰਦੇ ਹਨ, ਸੇਵਾ ਕਰਦੇ ਹਨ। ਹੋਤੋ ਪਠਾਨ ਤਾਂ ਕੋ ਰਾਜਾ। ਏਮਨਾਬਾਦ ਨਗਰ ਦਾ ਜਿਹੜਾ ਰਾਜਾ ਸੀ ਉਹ ਇੱਕ ਪਠਾਨ ਸੀ, ਕਿਉਂਕਿ ਹਿੰਦੁਸਤਾਨ ਵਿੱਚ ਉਦੋਂ ਹਾਲੇ ਮੁਗਲਾਂ ਦਾ ਰਾਜ ਨਹੀਂ ਸੀ ਹੋਇਆ, ਪਠਾਨਾਂ ਦਾ ਰਾਜ ਸੀ। ਤੋ ਏਮਨਾਬਾਦ ਨਗਰ ਦੇ ਵਿੱਚ ਜਿਹੜਾ ਰਾਜਾ ਸੀ ਉਹ ਵੀ ਇੱਕ ਪਠਾਨ ਸੀ। ਨਿਕਟ ਸਭਾ ਜੈ ਦੁਸ਼ਟ ਸਮਾਜਾ। ਇਸ ਪਠਾਨ ਦੀ ਜਿਹੜੀ ਸਭਾ ਹੈ, ਇਹਦੇ ਜਿਹੜੇ ਸਲਾਹਕਾਰ ਨੇ, ਇਹਦੇ ਜਿਹੜੇ ਮੰਤਰੀ ਸੰਤਰੀ ਨੇ, ਉਹ ਬੜੇ ਦੁਸ਼ਟ ਨੇ। ਜਿੰਨੇ ਸਲਾਹਕਾਰ ਨੇ ਉਹਦੀ ਸਭਾ ਵਿੱਚ ਬਹਿਣ ਵਾਲੇ ਨੇ, ਉਹ ਸਾਰੇ ਬੜੀ ਦੁਸ਼ਟ ਬਿਰਤੀ ਦੇ ਲੋਕ ਹਨ। ਤਹਿ ਮੰਤਰੀ ਥੋ ਖੱਤਰੀ ਏਕੋ। ਇਸੇ ਪਠਾਨ ਦਾ ਇੱਕ ਖੱਤਰੀ ਮੰਤਰੀ ਸੀ, ਖੱਤਰੀ ਉਹਦਾ ਵਰਨ ਸੀ, ਉਹ ਇਹਦਾ ਮੰਤਰੀ ਸੀ ਪਠਾਨ ਦਾ। ਨਾਮ ਮਲਕ ਭਾਗੋ ਅਵਿਵੇਕੋ। ਉਸ ਮੰਤਰੀ ਦਾ ਨਾਮ ਸੀ ਮਲਕ ਭਾਗੋ। ਅਵਿਵੇਕੂ ਦਾ ਮਤਲਬ ਹੁੰਦਾ ਅਗਿਆਨੀ ਸੀ ਉਹ, ਰੱਜ ਕੇ ਗਿਆਨ ਤੋਂ ਵਿਹੂਣਾ ਸੀ, ਵਿਚਾਰ ਤੋਂ ਵਿਹੂਣਾ ਸੀ। ਇਹਦਾ ਨਾਮ ਮਲਕ ਭਾਗੋ ਹੈ। ਉਤੋਂ ਪਾਸ ਤੈ ਕੇ ਬਹੁ ਦਰਬਾਰ। ਮਲਕ ਭਾਗੋ ਜਿਹੜਾ ਸੀ, ਇਹਦੇ ਕੋਲ ਪੈਸਾ ਬੜਾ ਸੀ। ਇਸ ਪਠਾਨ ਦਾ ਇਹ ਮੰਤਰੀ ਸੀ, ਪੈਸਾ ਬੜਾ ਸੀ, ਪਰ ਪੈਸਾ ਇਹਨੇ ਲੋਕਾਂ ਦੇ ਗਲ ਵੱਢ ਵੱਢ ਕੇ ਇਕੱਠਾ ਕੀਤਾ ਸੀ। ਲੋਕਾਂ ਕੋਲੋਂ ਜਬਰੀ ਖੋ ਕੇ ਆਪਣੇ ਘਰ ਖਜ਼ਾਨਾ ਭਰਿਆ ਸੀ। ਕਈਆਂ ਦਾ ਹੱਕ ਖਾਧਾ ਸੀ ਰਿਸ਼ਵਤਖੋਰੀ ਨਾਲ, ਦਲਾਲੀ ਨਾਲ। ਇਹਨੇ ਬੜਾ ਪੈਸਾ ਆਪਣੇ ਕੋਲ ਇਕੱਠਾ ਕੀਤਾ ਹੋਇਆ ਸੀ। ਕਰ ਕਲ ਮਲ ਸੋ ਸੰਚਿਓ ਸਰਬਾ। ਪਾਪ ਕਰਕੇ ਧਨ ਇਕੱਠਾ ਕੀਤਾ ਹੋਇਆ ਸੀ, ਕਿਉਂਕਿ ਪਾਤਸ਼ਾਹ ਦੇ ਬਚਨ ਨੇ ਪਾਪਾਂ ਬਾਝੋਂ ਹੋਵੇ ਨਾਹੀਂ। ਪਾਪ ਕੀਤੇ ਬਿਨਾਂ ਇਹ ਧਨ ਇਕੱਠਾ ਨਹੀਂ ਸੀ ਹੁੰਦਾ। ਇਹਨੇ ਬੜੇ ਬੜੇ ਪਾਪ ਕਰਕੇ, ਮਾੜੇ ਕੰਮ ਕਰਕੇ, ਦੁਰਾਚਾਰ ਕਰਕੇ, ਠੱਗੀਆਂ ਕਰਕੇ, ਜਬਰੀ ਲੋਕਾਂ ਦੇ ਕੋਲੋਂ ਟੈਕਸ ਲੈ ਕੇ, ਉਹਨਾਂ ਦੇ ਉੱਤੇ ਜਬਰੀ ਜਜੀਆ ਲਾ ਕੇ, ਕਈ ਟੇਢੇ ਤਰੀਕਿਆਂ ਦੇ ਨਾਲ ਪੈਸਾ ਇਕੱਠਾ ਕੀਤਾ ਹੋਇਆ ਸੀ। ਕਰਨ ਸੁਜਾਸੇ ਆਪਣੋ ਨਰ ਮਾਹੀ। ਇਹਨੇ ਸੋਚਿਆ ਵੀ ਮੇਰਾ ਸਜਸ ਹੋਵੇ ਸੰਸਾਰ ਵਿੱਚ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਇਹ ਬਿਰਤੀ ਇਹਨੇ ਆਪਣੇ ਅੰਦਰ ਧਾਰਨ ਕੀਤੀ। ਬ੍ਰਹਮ ਭੋਜ ਕੀਨੋ ਪੁਰਤਾਈ। ਇਹਨੇ ਆਖਿਆ ਕੀ ਕਰੀਏ? ਕਹਿੰਦਾ ਕੋਈ ਧਾਰਮਿਕ ਕੰਮ ਕਰੀਏ ਤੇ ਲੋਕ ਬੜੀ ਸੋਭਾ ਕਰਨਗੇ। ਪਾਪ ਕੀਤੇ ਸਨ ਬੜੇ, ਤੇ ਪਾਪ ਕਰਕੇ ਪੈਸਾ ਇਕੱਠਾ ਕੀਤਾ ਸੀ, ਪਰ ਕਹਿਣ ਲੱਗਾ ਵੀ ਲੋਕਾਂ 'ਚ ਸੋਭਾ ਤਾਂ ਹੋਵੇਗੀ ਜੇ ਕੋਈ ਵਿਖਾਵੇ ਦਾ ਧਰਮ ਦਾ ਕੰਮ ਕਰਾਂਗਾ। ਕੀ ਕਰਾਂ? ਕਹਿੰਦੇ ਜੀ ਬ੍ਰਹਮ ਭੋਜ ਕਰੋ। ਵੀ ਯਾਨੀ ਕਿ ਬ੍ਰਹਮ ਭੋਜ ਦਾ ਮਤਲਬ ਵੀ ਭੰਡਾਰਾ ਕਰੋ, ਜਿਹਦੇ 'ਚ ਚਾਰਾਂ ਵਰਨਾਂ ਦੇ ਲੋਕਾਂ ਨੂੰ ਸੱਦਿਆ ਜਾਏ, ਸਾਰੇ ਰਿਸ਼ੀ ਮੁਨੀ ਸੰਤ ਮਹੰਤ ਸਾਧੂਆਂ ਨੂੰ ਸੱਦਿਆ ਜਾਏ, ਪੂਰੇ ਏਮਨਾਬਾਦ ਨਗਰ ਨੂੰ, ਇਲਾਕੇ ਨੂੰ ਸੱਦਿਆ ਜਾਏ। ਉਹਨਾਂ ਨੂੰ ਵਧੀਆ ਵਧੀਆ ਭੋਜਨ ਛਕਾਏ ਜਾਣ, ਉਹਨਾਂ ਨੂੰ ਦਕਸ਼ਿਣਾ ਦਿੱਤੀ ਜਾਏ ਤੇ ਮੇਰੀ ਸੋਭਾ ਹੋਵੇਗੀ। ਇਹ ਬਿਰਤੀ ਧਾਰਨ ਕਰਕੇ ਮਲਕ ਭਾਗੋ ਨੇ ਇੱਕ ਬ੍ਰਹਮ ਭੋਜ ਦਾ ਜਿਹੜਾ ਸੀ ਉਹ ਪ੍ਰਬੰਧ ਕੀਤਾ।
ਦਿਜ ਖੱਤਰੀ ਬਿਟ ਸ਼ੂਦਰ ਚਾਰੀ। ਇਹਨੇ ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ਼ ਜਿਹੜੇ 4 ਵਰਣਾਂ ਦੇ ਲੋਕ ਸਨ, ਸਭ ਕੋ ਦਿਓ ਅਮੰਤ ਪੁਕਾਰੀ। ਇਹਨੇ ਸਾਰਿਆਂ ਨੂੰ ਨਿਉਂਦਾ ਦਿੱਤਾ, ਸਾਰਿਆਂ ਨੂੰ ਨਿਮੰਤਰਣ ਦਿੱਤਾ ਕਿ ਤੁਸੀਂ ਸਾਰਿਆਂ ਨੇ ਬ੍ਰਹਮ ਭੋਜ ਦੇ ਵਿੱਚ ਲੰਗਰ ਪ੍ਰਸ਼ਾਦਾ ਮੇਰੇ ਕੋਲ ਆ ਕੇ ਛਕਣਾ। ਇਸ ਤਰ੍ਹਾਂ ਇਹਨੇ ਨਿਮੰਤਰਣ ਦਿੱਤਾ ਸਾਰਿਆਂ ਨੂੰ, ਚਾਹੇ ਉਹ ਖੱਤਰੀ ਨੇ, ਬ੍ਰਾਹਮਣ ਨੇ, ਸ਼ੂਦਰ ਨੇ, ਵੈਸ਼ ਨੇ, 4 ਵਰਣਾਂ ਦੇ ਲੋਕਾਂ ਨੂੰ ਆਪਣੇ ਘਰ ਰੋਟੀ ਤੇ ਬੁਲਾਇਆ। ਜਿਤੇ ਫਕੀਰਨ ਕੇ ਅਸਥਾਨਾ। ਜਿਹੜੇ ਇਮਨਾਬਾਦ ਨਗਰ ਵਿੱਚ ਫਕੀਰਾਂ ਦੇ, ਸਾਧਾਂ ਦੇ ਅਸਥਾਨ ਸਨ, ਉਹਨਾਂ ਦੇ ਡੇਰੇ ਸਨ। ਪਠ ਨਰ ਸਭਨ ਅਸਨ ਬਰ ਜਾਨਾ। ਉੱਥੇ ਵੀ ਇਹਨੇ ਆਪਣੇ ਬੰਦੇ ਭੇਜ ਕੇ ਤੇ ਉਹਨਾਂ ਨੂੰ ਭੋਜਨ ਤੇ ਸੱਦਿਆ। ਉਹਨਾਂ ਨੂੰ ਵੀ ਆਪਣੇ ਕੋਲ ਬੁਲਾਇਆ ਵੀ ਜਿੰਨੇ ਸਾਧੂ ਮੰਤ ਨੇ ਡੇਰਿਆਂ ਤੇ ਰਹਿਣ ਵਾਲੇ, ਉਹ ਵੀ ਆ ਕੇ ਮੇਰੇ ਕੋਲ ਭੋਜਨ ਛਕਣ। ਦੋਹਰਾ ਤੈਂ ਖੱਤਰੀ ਕੋ ਦਿਜ ਨਗਰ ਫਿਰ ਤੇ ਅਮੰਤੂ ਦੇਤ। ਉਹਨਾਂ ਵੇਲਿਆਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਨਿਉਂਦਾ ਦੇਣ ਵਾਸਤੇ ਜਾਂ ਬ੍ਰਾਹਮਣ ਜਾਂਦੇ ਸੀ ਜਾਂ ਮਰਾਸ਼ੀ ਜਾਂਦੇ ਸੀ। ਮਲਕ ਭਾਗੋ ਦਾ ਇੱਕ ਬ੍ਰਾਹਮਣ ਸੀ, ਉਹਦਾ ਉਹ ਨਗਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਨਿਮੰਤਰਣ ਦਿੰਦਾ ਫਿਰਦਾ ਸੀ ਕਿ ਫਲਾਣੇ ਦਿਨ ਮਲਕ ਭਾਗੋ ਦੇ ਘਰ ਪ੍ਰਸ਼ਾਦਾ ਤੇ ਤੁਸੀਂ ਸਾਰਿਆਂ ਨੇ ਭੋਜਨ ਛਕਣ ਆਉਣਾ, ਬ੍ਰਹਮ ਭੋਜ ਹੈ। ਇੱਦਾਂ ਉਹ ਨਿਮੰਤਰਣ ਦੇ ਰਿਹਾ ਸੀ ਸਾਰੇ ਪਿੰਡ ਦੇ ਵਿੱਚ ਬ੍ਰਾਹਮਣ ਫਿਰ ਕੇ। ਜਾਵਤ ਥੇ ਉਦਿਆਨ ਕੋ ਤਬ ਬੇਦੀ ਕੁਲ ਕੇਤ। ਬੇਦੀਆਂ ਦੀ ਕੁੱਲ ਦੇ ਕੇਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਰੋਜ਼ ਸਵੇਰੇ ਨਗਰ ਤੋਂ ਬਾਹਰ ਜਾਂਦੇ ਸੀ। ਉਦਿਆਨ 'ਚ, ਜੰਗਲ 'ਚ ਮਹਾਰਾਜ ਜੀ ਜਿੱਥੇ ਬਿਲਕੁਲ ਸ਼ਾਂਤੀ ਹੁੰਦੀ ਉੱਥੇ ਬਹਿ ਕੇ ਭਜਨ ਕਰਦੇ ਸਨ। ਤੋ ਸਤਿਗੁਰੂ ਜੀ ਸਵੇਰ ਦਾ ਟਾਈਮ ਸੀ, ਜਾ ਰਹੇ ਸੀ, ਤੇ ਮਲਕ ਭਾਗੋ ਦਾ ਜਿਹੜਾ ਉਹ ਪੰਡਤ ਸੀ ਬ੍ਰਾਹਮਣ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਰਸਤੇ 'ਚ ਮਿਲ ਗਿਆ। ਚੋਪਈ ਵਿਪਰ ਬਿਲੋਕਤ ਬਚਨੀ ਅਲਾਈ। ਸਤਿਗੁਰੂ ਜੀ ਨੂੰ ਵੇਖ ਕੇ ਉਹ ਬ੍ਰਾਹਮਣ ਬੋਲਿਆ। ਧੰਨ ਗੁਰੂ ਨਾਨਕ ਸਾਹਿਬ ਦੇ ਬਾਰੇ ਪਤਾ ਤਾਂ ਸੀਗਾ ਲੋਕਾਂ ਨੂੰ ਉੱਥੇ, ਕਿਉਂਕਿ ਗੁਰੂ ਸਾਹਿਬ ਜੀ ਦੀ ਸੋਭਾ ਸੁਲਤਾਨਪੁਰ ਸਾਹਿਬ ਤੱਕ ਹੀ ਸੀਮਤ ਨਹੀਂ ਸੀ। ਉੱਥੋਂ ਮਹਾਰਾਜ ਜੀ ਦੀ ਸੋਭਾ ਇੱਥੇ ਵੀ ਪਸਰੀ ਹੋਈ ਸੀ। ਪਿਛਲੇ 15 ਦਿਨਾਂ ਤੋਂ ਸਤਿਗੁਰੂ ਜੀ ਇੱਥੇ ਰਹਿ ਰਹੇ ਨੇ। ਤੋ ਬ੍ਰਾਹਮਣ ਨੂੰ ਸਤਿਗੁਰਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਉਹ ਬ੍ਰਾਹਮਣ ਬੋਲਿਆ, ਕਹਿਣ ਲੱਗਾ, ਕਿਤ ਕੋ ਨਾਨਕ ਤਪਾ ਸਿਧਾਈ। ਕਹਿਣ ਲੱਗਾ, ਹੇ ਨਾਨਕ ਤਪਾ ਜੀ ਤੁਸੀਂ ਕਿੱਥੇ ਜਾ ਰਹੇ ਹੋ? ਜ਼ਿਆਦਾਤਰ ਤੇ ਲੋਕ ਮਹਾਰਾਜ ਜੀ ਨੂੰ ਨਾਨਕ ਤਪਾ ਕਹਿ ਕੇ ਬੁਲਾਉਂਦੇ ਸੀ। ਕਹਿਣ ਲੱਗੇ, ਨਾਨਕ ਤਪਾ ਜੀ ਤੁਸੀਂ ਕਿੱਧਰ ਜਾ ਰਹੇ ਹੋ? ਅਹੀ ਅਮੰਤੋ ਨਾ ਕਰੋ ਆਹਾਰਾ। ਤੁਹਾਡਾ ਅੱਜ ਭੋਜਨ ਮਲਕ ਭਾਗੋ ਦੇ ਘਰ ਹੈ ਤੇ ਤੁਸੀਂ ਘਰ 'ਚ ਭੋਜਨ ਨਾ ਕਰਿਓ। ਕਹਿਣ ਲੱਗਾ, ਕਹਿੰਦਾ ਜੀ ਤੁਹਾਡਾ ਨਿਉਂਦਾ ਹੈ ਅੱਜ, ਤੁਸੀਂ ਅੱਜ ਮਲਕ ਭਾਗੋ ਦੇ ਘਰ ਆ ਕੇ ਭੋਜਨ ਛਕਣਾ ਹੈ, ਅੱਜ ਘਰ ਆਪਣੇ ਭੋਜਨ ਨਾ ਛਕਿਓ। ਸੁਨ ਕੇ ਸ਼੍ਰੀ ਮੁਖ ਬਚਨੀ ਉਚਾਰਾ। ਜਦੋਂ ਪੰਡਤ ਨੇ ਗੱਲ ਕਹੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ, ਕੈਸ ਅਮੰਤੂ ਵਿਪਰ ਤੁਮਾਰੇ। ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਕਾਹਦਾ ਨਿਮੰਤਰਣ ਦਿੰਦੇ ਫਿਰਦੇ ਹੋ? ਕਾਹਦਾ ਆਮੰਤਰਣ ਹੈ? ਕਿਸ ਕਾਰਨ ਕਰਕੇ ਨਿਮੰਤਰਣ ਦੇ ਰਹੇ ਹੋ? ਨਿਜ ਬਿਰਤਾਂਤ ਬਤਾਓ ਵਿਚਾਰੇ। ਤੁਸੀਂ ਵਿਚਾਰ ਕਰਕੇ ਆਪਣਾ ਸਾਰਾ ਬਿਰਤਾਂਤ ਦੱਸੋ ਕਿ ਕਿਉਂ ਤੁਸੀਂ ਸਾਨੂੰ ਨਿਮੰਤਰਣ ਦੇ ਰਹੇ ਹੋ। ਕਹੇ ਦਿਜ ਭਾਗੋ ਖੱਤਰੀ ਜੋ। ਪੰਡਤ ਬੋਲਿਆ, ਕਹਿਣ ਲੱਗਾ, ਹੇ ਨਾਨਕ ਤਪਾ ਜੀ ਸਾਡੇ ਇਸ ਨਗਰ ਦੀ ਸ਼ਾਨ ਹੈ, ਇਸ ਨਗਰ ਦੇ ਰਾਜੇ ਪਠਾਨ ਦਾ ਮੰਤਰੀ ਹੈ ਜੋ ਖੱਤਰੀ ਵਰਣ ਦਾ ਹੈ, ਉਹਦਾ ਨਾਮ ਹੈ ਮਲਕ ਭਾਗੋ। ਚਤਰ ਬਰਨ ਨਿਉਤੇ ਸਭ ਕੋ। ਉਹਨੇ 4 ਵਰਣਾਂ ਦੇ ਲੋਕਾਂ ਨੂੰ ਨਿਉਂਦਾ ਦਿੱਤਾ। ਉਹ ਬ੍ਰਹਮ ਭੋਜ ਕਰ ਰਿਹਾ, ਭੰਡਾਰਾ ਕਰ ਰਿਹਾ। ਉਹਨੇ 4 ਵਰਣਾਂ ਦੇ ਲੋਕਾਂ ਨੂੰ ਆਪਣੇ ਘਰ ਸੱਦਿਆ ਭੋਜਨ ਛਕਣ ਲਈ। ਬ੍ਰਹਮ ਭੋਜ ਤਿਨ ਕੀਨ ਵਿਸਾਲਾ। ਬ੍ਰਹਮ ਭੋਜ ਦਾ ਮਤਲਬ ਹੁੰਦਾ ਵੀ ਕੋਈ ਵੀ ਆ ਕੇ ਛਕੇ। ਜਿਹੜਾ ਬ੍ਰਹਮ ਭੋਜ ਹੁੰਦਾ ਨਾ, ਬ੍ਰਹਮ ਭੋਜ ਮਤਲਬ ਕੋਈ ਵੀ ਆ ਕੇ ਛਕ ਜੇ, ਚਾਹੇ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਉਹਨੂੰ ਬ੍ਰਹਮ ਭੋਜ ਕਹਿੰਦੇ ਆ। ਕਹਿੰਦੇ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ।
ਉਹਨੇ ਸਾਰਿਆਂ ਨੂੰ ਸੱਦੇ ਭੇਜੇ ਨੇ, ਚਾਰਾਂ ਵਰਣਾਂ ਦੇ ਲੋਕਾਂ ਨੂੰ ਬੁਲਾਇਆ ਹੈ। ਆਜ ਜਾਏ ਨਰ ਸਭ ਤੈ ਸ਼ਾਲਾ। ਅੱਜ ਉਹਦੇ ਘਰ ਦੇ ਵਿੱਚ ਨਿਉਂਦਾ ਹੈ, ਉਹਦੇ ਘਰ 'ਚ ਭੋਜਨ ਹੋ ਰਿਹਾ ਹੈ, ਉਹਦੇ ਘਰ ਦੇ ਵਿੱਚ ਸਾਰੇ ਲੋਕ ਜਾ ਰਹੇ ਨੇ। ਕਯੋ ਗੁਰੂ ਹਮ ਕਿਨ ਕੇ ਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਤੁਸੀਂ ਤੇ ਚਾਰਾਂ ਵਰਣਾਂ ਦੇ ਲੋਕਾਂ ਨੂੰ ਸੱਦ ਰਹੇ ਹੋ, ਸਾਡਾ ਤਾਂ ਕੋਈ ਵਰਣ ਹੈ ਹੀ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਨਾ ਅਸੀਂ ਬ੍ਰਾਹਮਣ, ਨਾ ਅਸੀਂ ਖੱਤਰੀ, ਨਾ ਅਸੀਂ ਸ਼ੂਦਰ ਤੇ ਨਾ ਅਸੀਂ ਵੈਸ਼। ਤੁਸੀਂ ਸੱਦ ਰਹੇ ਹੋ ਚਾਰਾਂ ਵਰਣਾਂ ਨੂੰ, ਅਸੀਂ ਤਾਂ ਚਾਰਾਂ ਵਰਣਾਂ ਵਿੱਚ ਆਉਂਦੇ ਹੀ ਨਹੀਂ। ਵੇਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਿੰਨਾ ਉੱਚਾ ਚੁੱਕਦੇ ਐ। ਅਸੀਂ ਮੁੜ ਮੁੜ ਕੇ ਫੇਰ ਉੱਥੇ ਹੀ ਨੀਚ ਬਿਰਤੀ ਧਾਰਨ ਕਰਕੇ ਮੈਂ ਫਲਾਣਾ ਵਰਣ, ਮੇਰਾ ਫਲਾਣਾ ਵਰਣ, ਮੇਰੀ ਫਲਾਣੀ ਜਾਤੀ, ਉੱਥੇ ਹੀ ਘੁੰਮੀ ਜਾਂਦੇ ਆ। ਸਤਿਗੁਰਾਂ ਤਾਂ ਸਾਨੂੰ ਬੜਾ ਉੱਚਾ ਚੁੱਕਿਆ ਹੈ, ਪਰ ਕੀ ਕਰੀਏ, ਸੁਭਾਵ ਹੁੰਦਾ ਨਾ, ਜਿਵੇਂ ਕੁੱਤੇ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਜਾਏ, ਉਹ ਮੁੜ ਮੁੜ ਕੇ ਫੇਰ ਚੱਕੀ ਦਾ ਚੀਥੜਾ ਚੱਟਣ ਤੋਂ ਬਾਅਦ ਨਹੀਂ ਆਉਂਦਾ। ਸਤਿਗੁਰੂ ਜੀ ਨੇ ਤਾਂ ਉੱਚਾ ਚੁੱਕ ਕੇ ਸਾਨੂੰ ਆਪਣੇ ਨਾਲ ਜੋੜ ਕੇ ਬ੍ਰਹਮ ਰੂਪ ਕੀਤਾ ਹੈ। ਅਸੀਂ ਉਸ ਬ੍ਰਹਮ ਰੂਪ ਨੂੰ ਛੱਡ ਕੇ ਫੇਰ ਨੀਵੀਂ ਬਿਰਤੀ ਧਾਰਨ ਕਰਦੇ ਹਾਂ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਅਸੀਂ ਤਾਂ ਚਾਰਾਂ ਵਰਣਾਂ ਵਿੱਚੋਂ ਕਿਸੇ ਵੀ ਵਰਣ ਵਿੱਚ ਨਹੀਂ ਆਉਂਦੇ। ਹੈ ਦਰਵੇਸ਼ ਵਰਨ ਕੋ ਨਾਈ। ਅਸੀਂ ਤਾਂ ਦਰਵੇਸ਼ ਹਾਂ ਤੇ ਦਰਵੇਸ਼ ਦਾ ਕੋਈ ਵਰਣ ਨਹੀਂ ਹੁੰਦਾ। ਦਰਵੇਸ਼ ਦਾ ਕੋਈ ਵੀ ਵਰਣ ਨਹੀਂ ਹੁੰਦਾ। ਦੋਹਰਾ ਸੁਨ ਸ਼੍ਰੋਨਨ ਮੈਂ ਬਿਪਰਸੋਂ ਬਿਗਸਿਓ ਬਚਨ ਅਲਾਏ। ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਪੰਡਤ ਨਾ ਸਮਝ, ਬੇਵਕੂਫ ਪੰਡਤ, ਉਹ ਅੱਗੋਂ ਹੱਸਿਆ ਮਹਾਰਾਜ ਜੀ ਦੇ ਬਚਨ ਸੁਣ ਕੇ ਨਾ, ਜਿਵੇਂ ਮਖੌਲ ਉਡਾਈਦਾ, ਇਹਦਾ ਮਜ਼ਾਕ ਉਡਾਉਂਦਿਆਂ ਸਤਿਗੁਰਾਂ ਦੇ ਬਚਨਾਂ ਦਾ ਅੱਗੋਂ ਬੋਲਿਆ, ਨਾਮ ਕੁਰਾਹੀ ਤੋਹੇ ਕੋ ਇਨ ਬਾਤਨ ਬਨ ਆਈ। ਕਹਿੰਦਾ ਅੱਛਾ ਅੱਛਾ ਨਾਨਕ ਤਪਾ ਜੀ, ਤੁਹਾਡੀਆਂ ਇਹੋ ਜੀਆਂ ਗੱਲਾਂ ਕਰਕੇ ਹੀ ਲੋਕ ਤੁਹਾਨੂੰ ਕੁਰਾਈਆ ਕਹਿੰਦੇ। ਉਹ ਪੰਡਤ ਨਾ ਕੋ ਹੱਸ ਕੇ ਮਹਾਰਾਜ ਜੀ ਦਾ ਮਖੌਲ ਉਡਾਉਂਦੇ ਆ, ਕਹਿਣ ਲੱਗਾ, ਓਏ ਨਾਨਕ ਤਪਾ ਜੀ, ਤੁਹਾਡੀਆਂ ਇਹੋ ਜੀਆਂ ਗੱਲਾਂ ਕਰਕੇ ਹੀ ਲੱਗਦਾ ਲੋਕ ਤੁਹਾਨੂੰ ਕੁਰਾਈਆ ਕਹਿੰਦੇ ਹਨ। ਚੋਪਈ ਛੋਰੀ ਲੋਕ ਰੀਤ ਜਗ ਮਾਈ। ਤੁਸੀਂ ਜਿਹੜੀ ਜਗਤ ਦੀ ਰੀਤ ਚੱਲਦੀ ਆਉਂਦੀ ਹੈ, ਉਹ ਜਗਤ ਦੀ ਰੀਤ ਨੂੰ ਛੱਡ ਦਿੱਤਾ ਹੈ। ਭਇਓ ਨਾਮ ਇਉ ਤੋਹੇ ਕੁਰਾਈ। ਇਸੇ ਕਰਕੇ ਤੁਹਾਨੂੰ ਕੁਰਾਈਆ ਕਹਿੰਦੇ ਆ, ਤੁਹਾਨੂੰ ਕੁਰਾਈਆ ਦੱਸਦੇ ਹਨ। ਬ੍ਰਹਮ ਭੋਜ ਮੈਂ ਜੇ ਨੈ ਆਵੇ। ਜੇ ਤੁਸੀਂ ਬ੍ਰਹਮ ਭੋਜ ਦੇ ਵਿੱਚ ਨਾ ਆਏ, ਤੁਸੀਂ ਬ੍ਰਹਮ ਭੋਜ ਵਿੱਚ ਆ ਕੇ ਭੋਜਨ ਨਾ ਛਕਿਆ, ਮਲਕ ਕ੍ਰੋਧ ਹਿਰਦੇ ਉਪਜਾਵੇ। ਤੁਹਾਨੂੰ ਨਹੀਂ ਪਤਾ ਕਿ ਮਲਕ ਭਾਗੋ ਕਿੰਨਾ ਗੁੱਸੇ ਵਿੱਚ ਆਵੇਗਾ। ਉਹ ਬੜਾ ਕ੍ਰੋਧੀ ਹੈ, ਉਹ ਤੁਹਾਡੇ ਤੇ ਕ੍ਰੋਧ ਕਰੇਗਾ। ਨਗਰ ਵਿਖੇ ਤੇ ਦੇ ਨਿਕਸਾਈ। ਤੁਹਾਨੂੰ ਇਸ ਨਗਰ ਚੋਂ ਕੱਢ ਦੇਵੇਗਾ। ਜੇ ਤੁਸੀਂ ਉਹਦੀ ਗੱਲ ਮੰਨ ਕੇ ਉਹਦੇ ਘਰ ਬ੍ਰਹਮ ਭੋਜ ਤੇ ਨਾ ਗਏ, ਉਹ ਤੁਹਾਨੂੰ ਇਸ ਨਗਰ ਵਿੱਚੋਂ ਕੱਢ ਦੇਵੇਗਾ। ਤੁਮ ਜਾਣੋ ਮੈਂ ਕਹਿਓ ਸੁਨਾਈ। ਮੇਰਾ ਤਾਂ ਫਰਜ਼ ਸੀ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਕਹਿ ਦਿੱਤਾ, ਅੱਗੇ ਤੁਸੀਂ ਜਾਣੋ ਤੇ ਮਲਕ ਭਾਗੋ ਜਾਣੇ। ਇਹ ਬਿਦ ਕਹਿ ਕਰ ਦਿਜ ਤਬ ਗਵਨਾ। ਏਦਾਂ ਕਹਿ ਕੇ ਉਹ ਬਾਹਮਣ ਉੱਥੋਂ ਚਲਾ ਗਿਆ। ਤੂਸ਼ਨ ਕਰੀ ਖਿਮਾ ਕੇ ਭਵਨਾ। ਖਿਮਾ ਦੇ ਮਾਲਕ ਸਤਿਗੁਰੂ ਜੀ ਚੁੱਪ ਰਹੇ। ਮਹਾਰਾਜ ਜੀ ਨੇ ਉਸ ਪੰਡਤ ਨੂੰ, ਬ੍ਰਾਹਮਣ ਨੂੰ ਕੋਈ ਜਵਾਬ ਨਹੀਂ ਦਿੱਤਾ। ਸਾਹਿਬ ਦੇ ਸਾਹਮਣੇ ਗੁਰਦੇਵ ਨੂੰ ਕੁਰਾਈਆ ਕਹਿ ਗਿਆ, ਪਰ ਗੁਰਦੇਵ ਨੇ ਪਲਟਵਾਂ ਕੋਈ ਜਵਾਬ ਨਹੀਂ ਦਿੱਤਾ ਕਿ ਇਸ ਮੂਰਖ ਨੂੰ ਕੀ ਜਵਾਬ ਦੇਈਏ। ਬ੍ਰਹਮ ਭੋਜ ਤਿਨ ਅਧਿਕ ਬਨਾਵਾ। ਇਧਰ ਮਲਕ ਭਾਗੋ ਨੇ ਬੜਾ ਵੱਡਾ ਬ੍ਰਹਮ ਭੋਜ ਕੀਤਾ ਹੋਇਆ। ਬ੍ਰਹਮ ਭੋਜ ਵਿੱਚ ਉਹਨੇ ਵੱਡੇ ਵੱਡੇ ਬਰਟੋਏ ਤਿਆਰ ਕੀਤੇ ਹੋਏ ਸੀ। ਸੈਂਕੜੇ ਹਜ਼ਾਰਾਂ ਲੋਕਾਂ ਦੇ ਖਾਣ ਲਈ ਬਹੁਤ ਖੁੱਲਾ ਰਾਸ਼ਨ ਤਿਆਰ ਕੀਤਾ ਹੋਇਆ ਸੀ। ਊਚ ਨੀਚ ਸਭ ਸਦਨੀ ਅਲਾਵਾ। ਚਾਹੇ ਕੋਈ ਉੱਚਾ ਚਾਹੇ ਕੋਈ ਨੀਵਾਂ, ਸਾਰਿਆਂ ਦੇ ਘਰਾਂ ਦੇ ਵਿੱਚ ਮਲਕ ਭਾਗੋ ਦੇ ਬੰਦੇ ਫਿਰ ਕੇ ਸੁਨੇਹਾ ਦੇ ਰਹੇ ਨੇ ਕਿ ਸਭ ਨੇ ਭੋਜਨ ਉੱਥੇ ਛਕਣਾ, ਕਿਸੇ ਨੇ ਆਪਣੇ ਘਰ 'ਚ ਚੁੱਲ੍ਹਾ ਨਹੀਂ ਤਾਣਾ,
ਕਿਸੇ ਨੇ ਆਪਣੇ ਘਰ ਵਿੱਚ ਰੋਟੀ ਭੋਜਨ ਤਿਆਰ ਨਹੀਂ ਕਰਨਾ ਕਰਿਓ ਜਾਏ ਕਰ ਖਾਨ ਆਹਾਰਾ। ਤੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਭੋਜਨ ਛਕਣ ਵਾਸਤੇ ਮਲਕ ਭਾਗੋ ਦੇ ਘਰ ਵਹੀਰਾਂ ਘੱਤ ਕੇ ਜਾ ਰਹੇ ਨੇ। ਅਨਕ ਪਾਂਤ ਕਰ ਜੋ ਸਵਾਰਾ। ਮਲਕ ਭਾਗੋ ਨੇ ਕਈ ਪ੍ਰਕਾਰ ਦੇ ਭੋਜਨ ਬਣਾਏ ਹੋਏ, ਮਿੱਠੇ, ਸਨਿਗਧ, ਤੁਰਸ, 6 ਅਸਾਂ ਦੇ ਸਹਿਤ ਭੋਜਨ ਤਿਆਰ ਕੀਤੇ। ਲੋਕ ਖਾ ਕੇ ਮਲਕ ਭਾਗੋ ਨੂੰ ਸਲਾਉਂਦੇ ਆ, ਕਹਿੰਦੇ ਵੇਖੋ ਜੀ ਮਲਕ ਭਾਗੋ ਨੇ ਕਿੱਡਾ ਲੰਗਰ ਲਾਇਆ। ਇਹ ਨਹੀਂ ਪਤਾ ਵੀ ਕਈ ਸਾਲਾਂ ਤੋਂ ਜਿਹੜਾ ਤੁਹਾਡਾ ਖੂਨ ਪੀਤਾ ਉਹਨੇ, ਉਹ ਨਿਚੋੜਿਆ ਖੂਨ, ਉਹਦੇ ਵਿੱਚੋਂ ਹੀ ਥੋੜਾ ਹਿੱਸਾ ਤੁਹਾਨੂੰ ਖਵਾ ਰਿਹਾ। ਉਹਦੀ ਸੋਭਾ ਕਰਦੇ। ਲੋਕਾਂ ਦੀ ਸੋਚ ਜਿਹੜੀ ਹੁੰਦੀ ਹੈ ਨਾ, ਉਹ ਬੜੀ ਭੁੱਲਣ ਵਾਲੀ ਹੁੰਦੀ ਹੈ। ਭੇਡਾਂ ਨੂੰ ਇੱਕ ਵਾਰੀ ਉਹਨਾਂ ਦਾ ਆਜੜੀ ਕਹਿਣ ਲੱਗਾ ਕਿ ਆਉਂਦੇ ਸਿਆਲਾਂ ਨੂੰ ਤੁਹਾਡੇ ਵਾਸਤੇ ਕੰਬਲਾਂ ਦਾ ਪ੍ਰਬੰਧ ਕੀਤਾ ਜਾਣਾ ਹੈ, ਵੀ ਠੰਡ ਬੜੀ ਹੁੰਦੀ ਹੈ। ਉਹ ਸਾਰੀਆਂ ਭੇਡਾਂ ਨੇ ਤਾੜੀਆਂ ਮਾਰੀਆਂ ਵੀ ਵਾਹ ਜੀ ਵਾਹ, ਸਾਡਾ ਜਿਹੜਾ ਆਗੂ ਹੈ ਉਹ ਸਾਡੇ ਵਾਸਤੇ ਸੋਚ ਰਿਹਾ। ਬਾਅਦ ਵਿੱਚ ਵਿਚਾਰ ਕੀਤੀ, ਜਦੋਂ ਭੇਡਾਂ ਦੇ ਸਿਰਾਂ ਤੋਂ, ਉਹਨਾਂ ਦੇ ਸਰੀਰਾਂ ਤੋਂ ਉੱਨ ਲਾਹਣ ਲੱਗਾ ਨਾ, ਸਾਰੀ ਜਿਹੜੀ ਰੂਹ ਸੀ, ਉਹ ਕਹਿਣ ਲੱਗੇ ਕੀ ਕਹਿੰਦਾ, ਇਹਦੇ ਤਾਂ ਕੰਬਲ ਬਣਾਉਣੇ ਆ, ਇਹਦੇ ਹੀ ਬਣਾ ਕੇ ਤੁਹਾਨੂੰ ਦੇਣੇ। ਯਾਨੀ ਕਿ ਮਲਕ ਭਾਗੋ ਨੇ ਜਿਨ੍ਹਾਂ ਦੇ ਕੋਲੋਂ ਖਾਧਾ ਸੀ, ਉਹ ਹੁਣ ਉਹਦੇ ਵਿੱਚੋਂ ਹੀ ਜੇ ਥੋੜਾ ਬਹੁਤਾ ਉਹਨਾਂ ਨੂੰ ਭੋਜਨ ਬਣਾ ਕੇ ਦੇ ਰਿਹਾ ਤੇ ਲੋਕ ਵਾਹ ਕਰਨ ਲੱਗ ਪਏ ਹੈ। ਇਦਾਂ ਦੀ ਬਿਰਤੀ ਆਮ ਸਮਾਜ ਦੀ ਹੁੰਦੀ ਹੈ। ਲੋਕ ਬੜੀ ਵਾਹ ਕਰ ਰਹੇ ਨੇ, ਵਾਹ ਜੀ ਵਾਹ, ਮਲਕ ਭਾਗੋ ਤਾਂ ਬੜਾ ਦਾਨੀ ਹੈ, ਬੜੇ ਸੋਹਣੇ ਪਕਵਾਨ ਬਣਾਏ ਆ ਉਹਨੇ ਜੀ। ਹਾਂਜੀ, ਤ੍ਰਿਪਤ ਹੋਏ ਬੋ ਸੁਜਸ ਬਖਾਨੇ। ਤ੍ਰਿਪਤ ਹੋ ਕੇ ਸੁਜਸ ਕਰਦੇ ਨੇ, ਸੋਭਾ ਕਰਦੇ ਹਨ। ਪੁੰਨਵਾਨ ਤਾਂ ਕੋ ਅਤੀ ਮਾਨੇ। ਬੜਾ ਪੁੰਨਵਾਨ ਮੰਨਦੇ ਆ, ਕਹਿੰਦੇ ਜੀ ਇਹ ਤਾਂ ਬੜਾ ਪੁੰਨਵਾਨ ਹੈ। ਝੂਠੇ ਲਖੇ ਨਾ ਇਹ ਪਰਪੰਚੀ। ਇਹ ਨਹੀਂ ਵੇਖਦੇ ਵੀ ਇਹ ਪਰਪੰਚੀ ਹੈ, ਇਹ ਠੱਗ ਹੈ ਮਲਕ ਭਾਗੋ। ਇਹ ਨਹੀਂ ਵੇਖਦੇ ਲੋਕ ਵੀ ਇਹ ਰੱਜ ਕੇ ਝੂਠਾ ਤੇ ਠੱਗ ਹੈ। ਜਿਨ ਵੱਡ ਅਗ ਕਰ ਮਾਇਆ ਸੰਚੀ। ਜਿਹਨੇ ਬੜੇ ਵੱਡੇ ਪਾਪ ਕਰਕੇ ਮਾਇਆ ਇਕੱਠੀ ਕੀਤੀ ਸਾਰੀ ਜ਼ਿੰਦਗੀ। ਦੋਹਰਾ ਤੈਂ ਗ੍ਰਹਿ ਨੇ ਸ਼੍ਰੀ ਗੁਰ ਗਏ। ਦਿਨ ਬਿਤਾਏ ਉਦਿਆਨ। ਸਤਿਗੁਰੂ ਜੀ ਮਲਕ ਭਾਗੋ ਦੇ ਘਰ ਨਹੀਂ ਗਏ, ਬਾਹਰ ਉਦਿਆਨ ਵਿੱਚ ਹੀ ਗੁਰਦੇਵ ਸਾਰਾ ਦਿਨ, ਜਿਉਂ ਮਹਾਰਾਜ ਜੀ ਦਾ ਰੋਜ਼ ਦਾ ਨਿਤਨੇਮ ਸੀ, ਤਿਉਂ ਆਪਣੇ ਨਿਜ ਆਨੰਦ ਵਿੱਚ, ਆਪਣੇ ਨਿਜ ਸਰੂਪ ਦੇ ਵਿੱਚ ਪਾਤਸ਼ਾਹ ਜੁੜ ਕੇ ਬੈਠੇ ਰਹੇ। ਲਾਲੋ ਆਲਿਆ ਆਨ ਕੈ ਰਾਜਤ ਮਇਆ ਨਿਧਾਨ। ਸ਼ਾਮ ਜੇ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਭਾਈ ਲਾਲੋ ਜੀ ਦੇ ਘਰ ਆ ਗਏ। ਭਾਈ ਲਾਲੋ ਜੀ ਦੇ ਘਰ ਆ ਕੇ ਪਾਤਸ਼ਾਹ ਬਿਰਾਜੇ ਹਨ। ਚੋਪਈ ਤਪਾ ਨ ਆਇਓ ਦਿਜ ਤੈਂ ਜਾਨੀ। ਉਹ ਪੰਡਤ ਨੇ ਵੇਖਿਆ, ਨਿਗਾਹ ਮਾਰੀ, ਜਿਹਨੇ ਮਹਾਰਾਜ ਜੀ ਨੂੰ ਨਿਉਂਦਾ ਦਿੱਤਾ ਸੀ ਨਾ, ਉਹ ਮਲਕ ਭਾਗੋ ਦੇ ਘਰ ਹੀ ਸੀ। ਉਹਨੇ ਵੇਖਿਆ, ਕਹਿਣ ਲੱਗਾ ਵੀ ਨਾਨਕ ਤਪਾ ਨਹੀਂ ਆਇਆ। ਸਾਰੀ ਦੁਨੀਆ ਆਈ, ਸਾਰੇ ਨਗਰ ਦੇ ਲੋਕ ਆਏ ਨੇ, ਪਰ ਨਾਨਕ ਤਪਾ ਨਹੀਂ ਆਇਆ। ਦੂਤੀ ਭਾਗੋ ਨਿਕਟ ਬਖਾਨੀ। ਉਹਨੇ ਆਖਿਆ ਚਲੋ ਮਲਕ ਭਾਗੋ ਕੋਲ ਚੁਗਲੀ ਕਰੀਏ ਨਾਨਕ ਤਪੇ ਦੀ। ਉਹ ਪੰਡਤ ਦੀ ਮਾੜੀ ਅਕਲ, ਉਹਨੇ ਮਲਕ ਭਾਗੋ ਦੇ ਕੋਲ ਸਤਿਗੁਰਾਂ ਦੀ ਚੁਗਲੀ ਕੀਤੀ। ਕਰਤ ਹੁਤੇ ਸੋ ਅਸੂਇਆ ਆਗੇ। ਕਿਉਂਕਿ ਸਤਿਗੁਰਾਂ ਨਾਲੇ ਪਹਿਲਾਂ ਹੀ ਈਰਖਾ ਕਰਦੇ ਸੀ। ਮਹਾਰਾਜ ਜੀ ਨੇ, ਇਹਨਾਂ ਨੇ ਪੰਡਤਾਂ ਨੇ ਜਿਹੜੀਆਂ ਗਲਤ ਮਰਿਆਦਾਵਾਂ ਟੋਰੀਆਂ ਹੋਈਆਂ ਸੀ, ਮਹਾਰਾਜ ਜੀ ਉਹਨਾਂ ਦਾ ਖੰਡਨ ਕਰਦੇ ਸੀ। ਇਸੇ ਕਰਕੇ ਸਤਿਗੁਰਾਂ ਨੂੰ ਕੁਰਾਈਆ ਕਹਿੰਦੇ ਸੀ। ਮਰਦਾਨੇ ਨੂੰ ਵੀ ਤਾਂ ਹੀ ਮਹਾਰਾਜ ਜੀ ਮਰਦਾਨਾ ਕਹਿੰਦਾ, ਮਹਾਰਾਜ ਮੈਂ ਨਹੀਂ ਰਹਿਣਾ ਇੱਥੇ ਏਮਨਾਬਾਦ 'ਚ, ਮੈਨੂੰ ਇਹ ਕੁਰਾਈਏ ਦਾ ਡੂਮ ਕਹਿੰਦੇ ਆ। ਤੂੰ ਸਤਿਗੁਰਾਂ ਨਾਲੇ ਪਹਿਲਾਂ ਹੀ ਈਰਖਾ ਕਰਦੇ ਸੀ। ਉਹ ਪੰਡਤ ਨੂੰ ਮੌਕਾ ਮਿਲ ਗਿਆ ਕਿ ਮੈਂ ਹੁਣ ਨਾਨਕ ਤਪੇ ਦੀ ਚੁਗਲੀ ਕਰਾਂ ਮਲਕ ਭਾਗੋ ਕੋਲ। ਜਾਂ ਤੇ ਦੁਸ਼ਟੀ ਸੋ ਅਨੁਰਾਗੇ। ਉਹਨੇ ਬੜੀ ਦੁਸ਼ਟ ਬਿਰਤੀ ਦੇ ਨਾਲ ਪ੍ਰੇਮ ਪਾਇਆ ਹੋਇਆ ਇਸ ਪੰਡਤ ਨੇ। ਦੇਖੋ ਮਲਕ ਨਾ ਤੁਮਰੇ ਆਇਓ। ਕਹਿਣ ਲੱਗਾ, ਹੇ ਮੰਤਰੀ ਮਲਕ ਭਾਗੋ ਜੀ, ਵੇਖੋ ਜੀ ਵੇਖੋ, ਨਾਨਕ ਤਪਾ ਤੁਹਾਡੇ ਘਰ ਨਹੀਂ ਆਇਆ।
ਨਾਨਕ ਤਪਾ ਤੁਹਾਡਾ ਨਿਉਂਦਾ ਪ੍ਰਵਾਨ ਕਰਕੇ ਨਹੀਂ ਆਇਆ। ਖੱਤਰੀ ਨਾਨਕ ਤਪਾ ਕਹਾਇਓ। ਤੇ ਨਾਨਕ ਤਪਾ ਵੀ ਖੱਤਰੀ ਵਰਨ ਚੋਂ ਹੈ ਤੇ ਉਹ ਆਪਣੇ ਆਪ ਨੂੰ ਨਾਨਕ ਤਪਾ ਕਹਾਉਂਦਾ ਹੈ। ਤੁਮ ਤੇ ਅਧਿਕ ਆਪ ਕੋ ਜਾਨਾ। ਉਹ ਆਪਣੇ ਆਪ ਨੂੰ ਤੁਹਾਡੇ ਤੋਂ ਵੀ ਵੱਡਾ ਜਾਣਦਾ ਹੈ, ਤੁਹਾਡੇ ਤੋਂ ਵੀ ਅਧਿਕ ਆਪਣੇ ਆਪ ਨੂੰ ਜਾਣਦਾ। ਜੀ ਵੇਖੋ, ਉਹ ਤੁਹਾਡਾ ਨਿਉਂਦਾ ਮੰਨ ਕੇ ਆਇਆ ਨਹੀਂ ਤੁਹਾਡੇ ਘਰ, ਉਹ ਤੁਹਾਡੇ ਤੋਂ ਵੀ ਆਪਣੇ ਆਪ ਨੂੰ ਵੱਡਾ ਜਾਣਦਾ ਹੈ। ਅਚਿਓ ਆਹਾਰ ਨ ਤੁਮ ਘਰ ਆਨਾ। ਉਹਨੇ ਤੁਹਾਡੇ ਘਰ ਆ ਕੇ ਭੋਜਨ ਨਹੀਂ ਛਕਿਆ। ਆਂਖ ਤਰੇ ਨੈ ਆਨਤ ਕਾਊ। ਉਹ ਵੇਖੋ ਜੀ, ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦਾ ਹੀ ਨਹੀਂ। ਉਹ ਤਾਂ ਵੇਖੋ ਜੀ, ਤੁਸੀਂ ਐਡੇ ਵੱਡੇ ਮੰਤਰੀ ਏਮਨਾਬਾਦ ਨਗਰ ਦੇ, ਤੇ ਉਹ ਤੁਹਾਨੂੰ ਨਹੀਂ ਕੁਝ ਸਮਝਦਾ। ਵੇਖੋ ਜੀ, ਤੁਹਾਡਾ ਨਿਉਂਦਾ ਉਹਨੇ ਠੁਕਰਾ ਦਿੱਤਾ। ਉਹ ਆਏ ਨਹੀਂ ਜੀ, ਵੇਖੋ ਤੁਹਾਡੇ ਘਰ ਉਹ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ। ਤਜੀ ਰੀਤ ਪਗ ਧਰਤ ਕੁਰਾਹੂ। ਉਹਨਾਂ ਨੇ ਜਿਹੜੀ ਆਪਣੀ ਮਰਿਆਦਾ ਚੱਲਦੀ ਆਉਂਦੀ ਹੈ ਖੱਤਰੀਆਂ ਦੀ ਜਾਂ ਬ੍ਰਾਹਮਣਾਂ ਦੀ, ਉਹ ਸਾਰੀ ਮਰਿਆਦਾ ਛੱਡ ਕੇ ਉਹਨਾਂ ਨੇ ਕੁਰਾਹ, ਜਿਹੜਾ ਕੁਰਾਹ ਹੁੰਦਾ ਹੈ, ਉਹ ਰਾਹ ਉਹਨਾਂ ਨੇ ਅਖਤਿਆਰ ਕਰ ਲਿਆ। ਜਿਹੜਾ ਰਾਹ ਪਹਿਲਾਂ ਚੱਲਦਾ ਆਉਂਦਾ ਸੀ ਉਹਨੂੰ ਛੱਡ ਦਿੱਤਾ ਹੈ ਤੇ ਆਪਣਾ ਨਵਾਂ ਰਾਹ ਟੋਰ ਲਿਆ। ਸ਼ੂਦਰ ਕੇ ਘਰ ਭੋਜਨ ਕਰਈ। ਵੇਖੋ ਜੀ, ਉਹ ਤਾਂ ਸ਼ੂਦਰ ਦੇ ਘਰ ਭੋਜਨ ਛਕਦਾ ਹੈ। ਭਾਈ ਲਾਲੋ ਤਰਖਾਣ ਸ਼ੂਦਰ ਹੈ, ਉਹਦੇ ਘਰ ਬਹਿ ਕੇ ਭੋਜਨ ਛਕਦਾ। ਉਹਨੇ ਤਾਂ ਸਾਡੇ ਜਿਹੜੇ ਖੱਤਰੀ ਵਰਣ ਦੀ ਮਰਿਆਦਾ ਉਹ ਹੀ ਵਿਗਾੜ ਦਿੱਤੀ ਹੈ। ਤੁਹਾਡੇ ਵਰਗੇ ਏਡੇ ਉੱਚੇ ਸੁੱਚੇ ਖੱਤਰੀ ਮਲਕ ਭਾਗੋ ਦੇ ਘਰ ਦੀ ਰੋਟੀ ਨਹੀਂ ਖਾਂਦੇ, ਹੋ ਇੱਕ ਸ਼ੂਦਰ ਦੇ ਘਰ ਜਾ ਕੇ ਰੋਟੀ ਖਾਂਦੇ ਹਨ। ਆਵਾ ਇਹਾ ਨਾ ਉਰ ਮੈਂ ਡਰਈ। ਮੈਂ ਉਹਨਾਂ ਨੂੰ ਕਿਹਾ ਪਰ ਉਹ ਡਰੇ ਹੀ ਨਹੀਂ, ਤੁਹਾਡੇ ਤੋਂ ਆਏ ਨਹੀਂ। ਵੇਖੋ ਜੀ, ਉਹਨਾਂ ਨੇ ਤੁਹਾਡਾ ਡਰ ਨਹੀਂ ਮੰਨਿਆ। ਦੋਹਰਾ ਸੁਨ ਪਾਗੋ ਪੁਨ ਬੂਝਈ। ਦਇਓ ਅਮੰਤੋ ਕੇ ਨਾਏ। ਮਲਕ ਭਾਗੋ ਕਹਿਣ ਲੱਗਾ, ਪੰਡਤ ਜੀ, ਕੀ ਉਹਨਾਂ ਨੂੰ ਨਿਉਂਦਾ ਦਿੱਤਾ ਸੀ ਤੁਸੀਂ ਉਹਨਾਂ ਨੂੰ ਆਖਿਆ ਸੀ, ਮੇਰੇ ਵੱਲੋਂ ਸੁਨੇਹਾ ਦਿੱਤਾ ਸੀ? ਏਦਾਂ ਪੁੱਛਿਆ ਇਹਨੇ। ਕਹਿ ਦੇ ਯਕੀਨ ਤਗੀਦ ਮੈਂ ਬਹੁਤ ਬਾਰ ਬਚ ਪ੍ਰਾਹੇ। ਪੰਡਤ ਬੋਲਿਆ, ਕਹਿਣ ਲੱਗਾ, ਮਹਾਰਾਜ ਜੀ, ਮੈਂ ਕਈ ਵਾਰੀ ਕਿਹਾ ਉਹਨਾਂ ਨੂੰ, ਮੈਂ ਤਾਂ ਤੁਹਾਡਾ ਨਿਉਂਦਾ ਦੇ ਕੇ ਆਇਆ ਔਰ ਬਾਰ-ਬਾਰ ਕਹਿ ਕੇ ਆਇਆ ਹਾਂ। ਚੋਪਈ ਸੁਨਤ ਮਲਕ ਮਨ ਕ੍ਰੋਧੇ ਆਇਓ। ਸੁਣ ਕੇ ਮਲਕ ਭਾਗੋ ਬੜਾ ਗੁੱਸੇ ਵਿੱਚ ਆਇਆ। ਮਨੋ ਸਿੰਘ ਪਰ ਮਸ਼ਕ ਰਿਸਾਇਓ। ਇੰਨਾ ਗੁੱਸੇ ਵਿੱਚ ਆਇਆ ਮਾਨੋ ਜਿਵੇਂ ਬੱਬਰ ਸ਼ੇਰ ਨੂੰ ਵੇਖ ਕੇ ਮੱਛਰ ਨੂੰ ਗੁੱਸਾ ਆ ਗਿਆ ਹੋਵੇ ਵੀ ਮੈਂ ਹੁਣ ਸ਼ੇਰ ਨੂੰ ਨਹੀਂ ਛੱਡਣਾ। ਇੰਨਾ ਗੁੱਸਾ ਆਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਜਦੋਂ ਕਵਿਤਾ ਖਿੜਦੀ ਆ ਨਾ, ਫਿਰ ਕਮਾਲ ਕਰਕੇ ਸੋਹਣੀਆਂ ਉਦਾਹਰਨਾਂ ਦਿੰਦੇ ਆ। ਕਹਿੰਦੇ ਮਲਕ ਭਾਗੋ ਨੂੰ ਇੰਨਾ ਗੁੱਸਾ ਆਇਆ, ਇੰਨਾ ਗੁੱਸਾ ਆਇਆ, ਕਹਿੰਦੇ ਜਿਵੇਂ ਮੱਛਰ ਨੂੰ ਗੁੱਸਾ ਆ ਜਾਂਦਾ ਹੈ ਤੇ ਗੁੱਸੇ ਵਿੱਚ ਆ ਕੇ ਆਖੇ ਵੀ ਹੁਣ ਮੈਂ ਬੱਬਰ ਸ਼ੇਰ ਨੂੰ ਨਹੀਂ ਛੱਡਣਾ। ਉਹ ਗੁੱਸਾ ਕਹਿੰਦੇ ਮਲਕ ਭਾਗੋ ਨੂੰ ਆਇਆ। ਜਾਵੋ ਦਿਜ ਤੈ ਆਨ ਬੁਲਾਈ। ਕਹਿੰਦਾ ਜਾਓ ਪੰਡਤ ਛੇਤੀ ਕਰ, ਨਾਨਕ ਤਪੇ ਨੂੰ ਜਿੰਨਾ ਛੇਤੀ ਹੋ ਸਕੇ ਸੱਦ ਕੇ ਮੇਰੇ ਕੋਲ ਲਿਆ। ਦੇਖ ਲਏ ਤਿਨ ਕੀ ਮਨੁਸ਼ਾਈ। ਮੈਂ ਵੇਖਦਾ ਉਹਨਾਂ ਦੀ ਮਰਦਾਨਗੀ। ਮਨੁਸ਼ਾਈ ਦਾ ਮਤਲਬ ਹੁੰਦਾ ਮਰਦਾਨਗੀ। ਮੈਂ ਵੇਖਦਾ ਉਹ ਕਿੱਡੇ ਕੁ ਮਰਦ ਨੇ, ਕਿੱਡੀ ਕੁ ਮਰਦਾਨਗੀ ਆ ਉਹਨਾਂ ਅੰਦਰ। ਕੇਤਕ ਜੋਰ ਐਂਠ ਸੋ ਕਰਈ। ਮੈਂ ਵੇਖਦਾ ਕਿਹੜਾ ਜ਼ੋਰ ਹੈ ਉਹਨਾਂ ਕੋਲ, ਕਿਹੜਾ ਪਰਾਕਰਮ ਹੈ ਜਿਹਦੇ ਨਾਲ ਉਹ ਐਂਠ ਹੰਕਾਰ ਕਰਦੇ ਹਨ। ਆਵਾ ਖਾਨ ਨਾ ਉਰ ਮੈਂ ਡਰਈ। ਮੇਰਾ ਡਰ ਨਹੀਂ ਮੰਨਿਆ ਤੇ ਇੱਥੇ ਆ ਕੇ ਮੇਰੇ ਬ੍ਰਹਮ ਭੋਜ ਵਿੱਚ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ। ਸੁਨ ਦਿਜ ਹਰਖਤ ਤੂਰਨ ਗਵਨਾ। ਸੁਣ ਕੇ ਉਸੇ ਵੇਲੇ ਪੰਡਤ ਬੜਾ ਖੁਸ਼ ਹੋਇਆ ਵੀ ਹੁਣ ਗੱਲ ਬਣ ਗਈ। ਮਲਕ ਭਾਗੋ ਹੁਣ ਨਾਨਕ ਤਪੇ ਦੇ ਉੱਤੇ ਖਿਜੇਗਾ। ਉਹ ਕਹਿੰਦਾ ਹੁਣ ਗੱਲ ਬਣ ਗਈ। ਬੜਾ ਖੁਸ਼ ਹੋ ਕੇ ਪੰਡਤ ਗਿਆ। ਹੁਤੋ ਜਹਾਂ ਲਾਲੋ ਕੋ ਭਵਨਾ। ਜਿੱਥੇ ਭਾਈ ਲਾਲੋ ਦਾ ਘਰ ਸੀ ਉੱਥੇ ਆਇਆ। ਦਰ ਠਾਂਡੋ ਊਚੋ ਬਚ ਪ੍ਰਾਈ। ਇਹ ਬਾਹਮਣ ਦਰਵਾਜ਼ੇ ਤੇ ਜਾ ਕੇ ਖਲੋ ਕੇ ਆਵਾਜ਼ ਮਾਰੀ। ਲਾਲੋ ਨਾਨਕ ਤਪਾ ਇਹਾਂ ਹੀ। ਬਾਹਰੋਂ ਦਰਵਾਜ਼ੇ ਤੇ ਖਲੋ ਕੇ ਬਾਹਮਣ ਨੇ ਆਵਾਜ਼ ਮਾਰੀ, ਹਾਂ ਵੀ ਲਾਲੋ ਨਾਨਕ ਤਪਾ ਹੈ ਇੱਥੇ? ਬਾਹਰੋਂ ਦਰਵਾਜ਼ੇ ਤੇ ਖਲੋ ਕੇ ਕਹਿੰਦਾ, ਹਾਂ ਵੀ ਲਾਲੋ ਨਾਨਕ ਤਪਾ ਹੈ ਇੱਥੇ ਕਿ ਨਹੀਂ? ਕਹਿ ਲਾਲੋ
ਵੈਸੇ ਹੈ ਅੰਤਰ। ਅੰਦਰੋਂ ਭਾਈ ਲਾਲੋ ਨੇ ਆਵਾਜ਼ ਦਾ ਜਵਾਬ ਦਿੱਤਾ, ਕਹਿੰਦੇ ਜੀ ਹਾਂ ਸਤਿਗੁਰੂ ਜੀ ਅੰਦਰ ਹੀ ਬੈਠੇ ਹਨ। ਕਾਜ ਕੌਣ ਤੋ ਕਹੋ ਨਿਰੰਤਰ। ਹਾਂ ਮਹਾਰਾਜ ਜੀ ਦੱਸੋ ਕੀ ਕੰਮ ਹੈ? ਲਾਲੋ ਨੇ ਪੁੱਛਿਆ, ਹਾਂ ਜੀ ਦੱਸੋ ਕੀ ਕੰਮ ਹੈ? ਦੋਹਰਾ ਕਹਿ ਦਿਜ ਪਟਵੋ ਵਹਿਰ ਕੋ ਸ਼੍ਰੀ ਗੁਰ ਆਪੇ ਆਏ। ਇਹ ਕਹਿਣ ਲੱਗਾ, ਪੰਡਤ ਕਹਿਣ ਲੱਗਾ ਜੀ ਨਾਨਕ ਤਪਾ ਜੀ ਨੂੰ ਭੇਜੋ, ਪਠਵੋ ਵਹਿਰ ਕੋ। ਉਹ ਹਾਲੇ ਕਹਿ ਹੀ ਰਿਹਾ ਸੀ, ਸਤਿਗੁਰੂ ਜੀ ਆਪ ਹੀ ਉੱਠ ਕੇ ਚਲੇ ਗਏ। ਹਾਂਜੀ। ਕਿਆ ਪਾਦਾ ਤੁਮ ਕਹਿ ਤੋ ਕਾਰਜ ਦਿਓ ਸੁਨਾਏ। ਜਾ ਕੇ ਮਹਾਰਾਜ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਪੰਡਤ ਖੜਾ ਸੀ ਬਾਹਰ। ਮਹਾਰਾਜ ਜੀ ਕਹਿੰਦੇ, ਹਾਂ ਪੰਡਤ ਜੀ ਦੱਸੋ ਕੀ ਕੰਮ ਹੈ? ਕਿਉਂ ਆਵਾਜ਼ਾਂ ਮਾਰਦੇ ਹੋ, ਦਰਵਾਜ਼ਾ ਤੋੜ ਰਹੇ ਹੋ ਬਾਹਰ ਖਲੋਤੇ? ਦੱਸੋ ਕੀ ਕੰਮ ਹੈ? ਜੋ ਪਈ ਚਲੀਏ ਤੂਰਨ ਮਲਕ ਬੁਲਾਵੇ। ਕਹਿਣ ਲੱਗਾ ਨਾਨਕ ਤਪਾ ਜੀ ਚਲੋ ਛੇਤੀ, ਤੁਹਾਨੂੰ ਮਲਕ ਭਾਗੋ ਬੁਲਾ ਰਿਹਾ ਹੈ। ਨਹੀਂ ਤਾਂ ਮਾਨਵ ਕੋ ਅਵਰ ਪਠਾਵੇ। ਨਹੀਂ ਚੱਲੋਗੇ ਤੇ ਫਿਰ ਹੋਰ ਬੰਦਾ ਭੇਜ ਦੇਗਾ ਪਿੱਛੇ ਬੁਲਾਉਣ ਨੂੰ। ਬੋਲੇ ਸ਼੍ਰੀ ਗੁਰ ਸਭ ਸੁਖ ਧਾਮਾ। ਸੁੱਖਾਂ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਣਿਆ ਤੇ ਸੁਣ ਕੇ ਬੋਲੇ, ਮਲਕ ਸੰਗ ਕਿਆ ਹਮਰੋ ਕਾਮਾ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਸਾਡਾ ਮਲਕ ਭਾਗੋ ਨਾਲ ਕੀ ਕੰਮ? ਸਾਡਾ ਉਹਦੇ ਨਾਲ ਕੀ ਕੰਮ ਹੈ? ਕੌਣ ਮਲਕ ਹੋ ਜਾਣਤ ਨਾਈ। ਮਹਾਰਾਜ ਜੀ ਕਹਿੰਦੇ, ਕਿਹੜਾ ਮਲਕ ਕਿਹੜਾ ਭਾਗੋ ਅਸੀਂ ਨਹੀਂ ਜੇ ਜਾਣਦੇ ਉਹਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਕਿਹੜਾ ਮਲਕ ਤੇ ਕਿਹੜਾ ਭਾਗੋ ਅਸੀਂ ਨਹੀਂ ਜਾਣਦੇ। ਕਬ ਨਾ ਬਿਲੋਕਿਓ ਕਹਾਂ ਬਸਾਈ। ਇਹ ਕੌਣ ਹੈ ਜਿਹਦਾ ਨਾਂ ਲੈਣਾ ਤੂੰ? ਮਹਾਰਾਜ ਜੀ ਕਹਿੰਦੇ, ਕਿੱਥੇ ਰਹਿੰਦਾ ਏ? ਅਸੀਂ ਤਾਂ ਵੇਖਿਆ ਨਹੀਂ, ਕਦੇ ਮਿਲੇ ਨਹੀਂ ਇਹਨੂੰ। ਲੈਨ ਦੇਨ ਕੋ ਕਾਜ ਨ ਕੋ। ਸਾਡਾ ਕੋਈ ਇਹਦੇ ਨਾਲ ਲੈਣ ਦੇਣ ਦਾ ਕੰਮ ਵੀ ਕੋਈ ਨਹੀਂ, ਵੀ ਜਾਂ ਹੋਵੇ ਨਾ ਅਸੀਂ ਉਹਦੇ ਕੋਲੋਂ ਲੈਣਾ ਹੈ ਜਾਂ ਉਹਨੇ ਸਾਡੇ ਕੋਲੋਂ ਕੁਝ ਲੈਣਾ ਜਾਂ ਅਸੀਂ ਉਹਨੂੰ ਦੇਣਾ, ਇਹ ਵੀ ਸਾਡਾ ਕੋਈ ਕੰਮ ਨਹੀਂ ਉਹਦੇ ਨਾਲ। ਕਿਉਂ ਆਇਸ ਕਰ ਭੇਜਤ ਸੋ। ਉਹ ਕਿਉਂ ਉਹ ਤਾਂ ਹੁਕਮ ਕਰਕੇ ਭੇਜ ਕੇ ਬੁਲਾ ਰਿਹਾ ਸਾਨੂੰ। ਮਹਾਰਾਜ ਜੀ ਕਹਿੰਦੇ ਸਾਨੂੰ ਹੁਕਮ ਕਰਕੇ ਬੁਲਾ ਰਿਹਾ। ਉਹ ਕੌਣ ਹੈ ਭਲਾ, ਕਿੱਥੇ ਰਹਿੰਦਾ ਹੈ? ਹਟ ਦੂਜੀ ਦੂਤੀ ਦੇ ਯਕੀਨੀ। ਪੰਡਤ ਫਿਰ ਗਿਆ, ਇਹਨੇ ਜਾ ਕੇ ਦੂਜੀ ਵਾਰ ਫਿਰ ਚੁਗਲੀ ਕੀਤੀ। ਭੇਵ ਨ ਸਮਝੇ ਜੈ ਮਤਹੀਨੀ। ਮਾੜੀ ਮੱਤ ਵਾਲਾ ਸਤਿਗੁਰਾਂ ਦਾ ਭੇਦ ਨਹੀਂ ਬੁੱਝਦਾ, ਭੇਦ ਨਹੀਂ ਜਾਣਦਾ। ਸੁਨੋ ਮਲਕ ਜੋ ਆਇਸ ਤੋਰੀ। ਅੱਗੋਂ ਕਹਿਣ ਲੱਗਾ, ਮਲਕ ਜੀ ਸੁਣੋ, ਜਿਹੜੀ ਤੁਹਾਡੀ ਆਗਿਆ ਮੈਂ ਲੈ ਕੇ ਗਿਆ, ਹਿਰਦੇ ਨ ਆਨਤ ਦੀਨ ਬਹੋਰੀ। ਉਹ ਨਹੀਂ ਜੇ ਮੰਨਦੇ, ਉਹਨਾਂ ਨੇ ਤਾਂ ਤੁਹਾਡੀ ਆਗਿਆ ਮੋੜ ਦਿੱਤੀ ਹੈ। ਦੋਹਰਾ ਕਹੇ ਨ ਜਾਨੋ ਮਲਕ ਮੈਂ ਕੋ ਹੈ ਕਹਾਂ ਬਸਾਏ। ਉਹ ਤਾਂ ਸਗੋਂ ਅੱਗੋਂ ਕਹਿੰਦੇ ਆ ਵੀ ਕਿਹੜਾ ਮਲਕ ਕਿੱਥੇ ਬਸਦਾ ਹੈ, ਕੌਣ ਹੈ ਉਹ? ਏਦਾਂ ਅੱਗੋਂ ਬੋਲਦੇ ਆ ਤੇਰਾ ਨਾਂ ਸੁਣ ਕੇ। ਵੱਡੋ ਢੀਠ ਨਿਸ਼ਠੁਰ ਬਚਨ ਤੁਮ ਕੋ ਕਾਏ ਬਨਾਏ। ਉਹ ਨਾਨਕ ਤਪਾ ਤਾਂ ਬੜਾ ਢੀਠ ਹੈ, ਉਹਨੇ ਬੜੇ ਕਠੋਰ ਬੋਲ ਤੇਰੇ ਵਾਸਤੇ ਬੋਲੇ ਹਨ। ਜੋ ਪਈ ਨਹੀਂ ਬੁਲਾਇਓ ਇਹ ਨਾ ਆਵੇ। ਕਹਿਣ ਲੱਗੇ ਉਹ ਤੇਰੇ ਬੁਲਾਇਆ ਨਹੀਂ ਆਉਂਦੇ। ਕਰੋ ਅਬੇ ਜੋ ਹਿਰਦੇ ਪਾਵੇ। ਹੁਣ ਮਲਕ ਭਾਗੋ ਜੋ ਤੇਰੇ ਮਨ ਨੂੰ ਆਵੇ ਤੂੰ ਕਰ। ਤਬ ਭੋਜਨ ਕੀ ਕਰ ਹੈ ਨਿੰਦਾ। ਉਹ ਤੇਰੇ ਭੋਜਨ ਦੀ ਨਿੰਦਾ ਕਰਦੇ ਹਨ, ਤੇਰੀਆਂ ਇਹਨਾਂ ਜਿਹੜੇ ਤੂੰ ਇਹ ਬ੍ਰਹਮ ਭੋਜ ਕੀਤਾ ਇਹਦੀ ਨਿੰਦਾ ਕਰਦੇ ਹਨ। ਆਵੇਂ ਕਰ ਸ਼ੂਦਰ ਜੋ ਮੰਦਾ। ਉਹ ਕਹਿੰਦੇ ਸਾਨੂੰ ਇਹ ਭਾਈ ਲਾਲੋ ਦੇ ਘਰ ਦਾ ਪ੍ਰਸ਼ਾਦਾ ਚੰਗਾ ਲੱਗਦਾ, ਉਹ ਹੀ ਛਕਦੇ ਹਨ। ਖੱਤਰੀ ਜਾਤ ਨ ਲੱਜਾ ਕਰਈ। ਹਾਲਾਂਕਿ ਉਹਨਾਂ ਦੀ ਖੱਤਰੀ ਜਾਤੀ ਆ, ਪਰ ਉਹ ਲਾਜ ਨਹੀਂ ਕਰਦੇ, ਸ਼ਰਮ ਨਹੀਂ ਕਰਦੇ। ਲੋਕ ਰੀਤ ਉਰ ਤੇ ਪਰ ਹਰਈ। ਉਹਨਾਂ ਨੇ ਜਿਹੜੀ ਸੰਸਾਰ ਦੀ ਲੋਕਾ ਰੀਤ ਹੈ ਉਹ ਬਿਲਕੁਲ ਹੀ ਛੱਡ ਦਿੱਤੀ ਆ, ਤਿਆਗ ਦਿੱਤੀ ਹੈ। ਆਗੇ ਪਾਵਕ ਰੋਸ ਬਹੁਤੀ। ਮਲਕ ਭਾਗੋ ਦੇ ਅੰਦਰ ਪਹਿਲਾਂ ਹੀ ਈਰਖਾ ਦੇ ਭਾਂਬੜ ਮਚ ਰਹੇ ਸੀ, ਗੁੱਸੇ ਨਾਲ ਸੜ ਰਿਹਾ ਸੀ। ਬਚਨ ਕ੍ਰਿਤ ਜਨ ਦੀਨ ਆਹੂਤੀ। ਉਹਦੇ ਅੰਦਰ ਪਹਿਲਾਂ ਹੀ ਗੁੱਸੇ ਦੀ ਅੱਗ ਬਲਦੀ ਸੀ। ਪੰਡਤ ਦੀਆਂ ਗੱਲਾਂ ਨੇ ਘਿਓ ਦਾ ਕੰਮ ਕੀਤਾ।
ਹੋਰ ਭਾਂਬੜ ਮਚਾ ਦਿੱਤੇ ਮਲਕ ਭਾਗੋ ਦੇ ਅੰਦਰ। ਅਰੁਣ ਵੇਖ ਕਰ ਮਲਕ ਅਲਾਵੇ, ਗੁੱਸੇ 'ਚ ਲਾਲ ਹੋ ਗਿਆ ਮੂੰਹ ਇਹਦਾ ਤੇ ਦੰਦਾਂ ਨਾਲ ਕਚੀਚੀਆਂ ਵੱਟਦਾ ਬੋਲਿਆ, ਅਬੇ ਬੁਲਾਏ ਜੇ ਨੇ ਆਵੇ, ਕਹਿੰਦਾ ਹੁਣੇ ਬੁਲਾਓ ਉਹਨਾਂ ਨੂੰ ਜੇ ਹੁਣ ਵੀ ਨਹੀਂ ਆਉਂਦੇ। ਉਹ ਨਰ ਜਾਵੇ ਗਹਿਲ ਆਨੀਜੈ, ਤੇ ਫਿਰ ਬੰਦੇ ਲੈ ਜਾਓ ਇਕੱਠੇ ਕਰਕੇ ਤੇ ਫੜ ਕੇ ਲਿਆਓ ਉਹਨੂੰ ਮੇਰੇ ਕੋਲ। ਦਿਜ ਕੇ ਸੰਗ ਬਿਲਮ ਨੈ ਕੀਜੈ, ਜਾ ਪੰਡਤ ਛੇਤੀ ਕਰ, ਛੇਤੀ ਨਾਲ ਜਾ ਕੇ ਹੁਣ ਬੁਲਾ ਕੇ ਲਿਆ। ਦੋਹਰਾ ਲੇ ਕਰ ਪਾਂਚ ਕੋ ਮਨੁਜ ਪੁਨ, ਦਿਜ ਤਬ ਗਇਓ ਰਿਸਾਏ। 5 ਬੰਦੇ ਪੰਡਤ ਨੇ ਨਾਲ ਲਏ ਵੀ ਜੇ ਬੁਲਾ ਕੇ ਆ ਗਏ ਤਾਂ ਠੀਕ ਆ, ਨਹੀਂ ਤਾਂ ਇਹ 5 ਬੰਦੇ ਫੜ ਕੇ ਲਿਆਉਣਗੇ ਨਾਲ। ਤੋ ਪੰਡਤ ਬੜਾ ਗੁੱਸੇ ਵਿੱਚ ਉਹ ਵੀ ਉਹ 5 ਬੰਦਿਆਂ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਘਰ ਵੱਲ ਵਧਿਆ। ਉੱਚੇ ਬਚਨੀ ਉਚਾਰ ਕੇ ਨਾਨਕ ਲਏ ਬੁਲਾਏ, ਬਾਹਰ ਖਲੋ ਕੇ ਆਵਾਜ਼ ਮਾਰ ਕੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਲਿਆ। ਚੌਪਈ ਮਲਕ ਰੋਸ ਤੁਝ ਪਰਬੋ ਕੀਨੋ, ਕਹਿਣ ਲੱਗਾ ਨਾਨਕ ਤਪਾ ਜੀ ਮਲਕ ਭਾਗੋ ਨੇ ਤੁਹਾਡੇ ਤੇ ਬੜਾ ਗੁੱਸਾ ਕੀਤਾ ਹੈ। ਚਲੋ ਸੰਗ ਪਲ ਬਿਦ ਮਨ ਚੀਨੋ, ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਨਾਲ ਚੱਲੋ, ਨਾ ਤੁਰ ਤੁਮ ਕੋ ਗਹਿ ਲੈ ਜਾਵੇ। ਨਹੀਂ ਤਾਂ 5 ਬੰਦੇ ਆਏ ਨੇ ਮੇਰੇ ਨਾਲ, ਇਹ ਤੁਹਾਨੂੰ ਫੜ ਕੇ ਲੈ ਕੇ ਜਾਣਗੇ। ਹੀਰੋ ਨਰ ਨੇ ਬਿਲਮ ਲਗਾਵੇ, ਆ ਵੇਖ ਲੋ ਨਾਲ ਖੜੇ ਨੇ, ਇਹਨਾਂ ਨੇ ਦੇਰੀ ਨਹੀਂ ਲਾਉਣੀ। ਬਿਗਸੇ ਸ਼੍ਰੀ ਪ੍ਰਭ ਸੁਨ ਬਚੇ ਐਸਾ, ਇਹਨਾਂ ਦੀ ਮੂਰਖਤਾ ਵੇਖ ਕੇ ਮਹਾਰਾਜ ਜੀ ਹੱਸ ਪਏ, ਸਤਿਗੁਰੂ ਜੀ ਮੁਸਕਰਾ ਪਏ। ਮੂਰਖ ਤੇ ਵੇਖ ਕੇ ਹਾਸੀ ਆਉਂਦੀ ਹੈ ਨਾ, ਇਹਨਾਂ ਮੂਰਖਾਂ ਦੀ ਮੂਰਖਤਾ ਵੇਖ ਕੇ ਮਹਾਰਾਜ ਜੀ ਹੱਸ ਪਏ। ਚਲੇ ਸੰਗ ਜੈ ਭਾਗੋ ਬੈਸਾ, ਮਹਾਰਾਜ ਜੀ ਇਹਨਾਂ ਦੇ ਨਾਲ ਚੱਲ ਪਏ ਜਿੱਥੇ ਮਲਕ ਭਾਗੋ ਬੈਠਾ ਸੀ। ਮਤ ਮੰਦਨ ਕੋ ਲੱਜਿਤ ਕਰਨੇ, ਇਹਨਾਂ ਮਾੜੀ ਤੇ ਛੋਟੀ ਮੱਤ ਵਾਲਿਆਂ ਨੂੰ ਲੱਜਤ ਕਰਨ ਲਈ, ਇਹਨਾਂ ਨੂੰ ਸ਼ਰਮਸਾਰ ਤੇ ਸ਼ਰਮਿੰਦਾ ਕਰਨ ਲਈ ਗਏ ਹਨ। ਸਰਬ ਗਰਭ ਤੈ ਉਰ ਕੋ ਹਰਨ, ਇਹਨਾਂ ਦੇ ਅੰਦਰ ਦਾ ਜਿੰਨਾ ਹੰਕਾਰ ਸੀ ਉਹ ਤੋੜਨ ਵਾਸਤੇ ਆਏ ਨੇ ਸਤਿਗੁਰੂ। ਸ਼੍ਰੀ ਗੁਰ ਗਵਨੇ ਜਾਏ ਅਗਾਰੀ, ਪਾਤਸ਼ਾਹ ਚੱਲ ਕੇ ਆਏ ਨੇ ਮਲਕ ਭਾਗੋ ਦੇ ਘਰ ਇਹਨਾਂ ਨੂੰ ਅਕਲ ਦੇਣ ਨੂੰ। ਲਾਲੋ ਚਲਿਓ ਸਸ਼ੰਕ ਪਿਛਾਰੀ, ਭਾਈ ਲਾਲੋ ਜੀ ਵੀ ਨਾਲ ਨਾਲ ਚੱਲ ਪਏ ਸਤਿਗੁਰਾਂ ਦੇ। ਦਿਜ ਅਰ ਮਨੁਜ ਜਾਏ ਸੰਗ ਲਾਗੇ, ਉਹ 5 ਬੰਦੇ ਤੇ ਉਹ ਬਾਹਮਣ ਜਿਹੜਾ ਆਇਆ ਸੀ ਲੈਣ ਉਹ ਵੀ ਨਾਲ ਟੁਰਿਆ ਜਾਂਦਾ ਹੈ। ਪਗ ਨੇ ਲਾਗੇ ਦੁਸ਼ਟ ਅਭਾਗੇ, ਕਿੰਨੇ ਮਾੜੇ ਭਾਗ ਨੇ ਇਹਨਾਂ ਦੇ, ਸਤਿਗੁਰਾਂ ਦੇ ਚਰਨੀ ਨਹੀਂ ਲੱਗਦੇ ਵੀ ਦੀਨ ਦੁਨੀਆ ਦੇ ਮਾਲਕ ਆਪ ਪਾਰ ਬ੍ਰਹਮ ਪਰਮੇਸ਼ਰ ਇਹਨਾਂ ਦੇ ਨਾਲ ਜਾ ਰਹੇ ਨੇ, ਪਰ ਇਹਨਾਂ ਦੇ ਮਾੜੇ ਭਾਗ ਕਿ ਸਤਿਗੁਰਾਂ ਦੇ ਚਰਨੀ ਨਹੀਂ ਲੱਗਦੇ। ਕਿਉਂਕਿ ਮੇਰੇ ਸਾਹਿਬ ਜਿਹਨੂੰ ਆਪਣਾ ਆਪ ਜਣਾਉਣ ਹੀ ਨਾ, ਉਹ ਜਾਣ ਵੀ ਨਹੀਂ ਸਕਦਾ, ਤੇ ਜਿਹਨੂੰ ਆਪਣਾ ਆਪ ਜਣਾ ਦੇਣ ਉਹਨੂੰ ਕੋਹਾਂ ਤੋਂ ਬੈਠੇ ਨੂੰ ਆਪਣਾ ਆਪ ਜਣਾ ਦਿੰਦੇ ਆ ਰਾਜੇ ਸ਼ਿਵਨਾਭ ਵਰਗਿਆਂ ਨੂੰ। ਹਾਂਜੀ। ਦੋਹਰਾ ਸੁਨੀ ਨਗਰ ਮੈਂ ਜਹ ਤਹਾਂ, ਸ਼੍ਰੀ ਗੁਰ ਗੈ ਮੰਗਵਾਏ। ਹੁਣ ਨਗਰ 'ਚ ਚਰਚਾ ਚੱਲ ਪਈ ਕਿ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਕੜ ਕੇ ਆਪਣੇ ਕੋਲ ਬੁਲਾਇਆ, ਨਾਨਕ ਤਪੇ ਨੂੰ, ਤੇ ਲੋਕ ਹਜੂਮ ਇਕੱਠਾ ਹੋ ਕੇ ਜਾਣ ਲੱਗ ਪਿਆ। ਜਿਹੜੇ ਪਹਿਲਾਂ ਰੋਟੀ ਖਾਏ ਸੀ ਉਹ ਦੁਬਾਰਾ ਫੇਰ ਜਾਣ ਲੱਗੇ। ਤਾਏ ਤਾਏ ਹਿਤ ਹੇਰ ਨੇ ਸੰਗ ਚਲੇ ਸਭ ਜਾਏ, ਦੌੜ ਦੌੜ ਕੇ ਜਾਂਦੇ ਮਹਾਰਾਜ ਜੀ ਦੇ ਨਾਲ ਹੀ ਰਲ ਗਏ ਕਈ ਰਸਤੇ ਵਿੱਚ। ਚੌਪਈ ਜਾਏ ਮਲਕ ਟਿਗ ਬਚਨੀ ਅਲਾਇਓ, ਮਲਕ ਭਾਗੋ ਦੇ ਕੋਲ ਜਾ ਕੇ ਸਤਿਗੁਰੂ ਜੀ ਬੋਲੇ, ਅਬ ਨਾਨਕ ਤੁਮਰੇ ਪੈ ਆਇਓ। ਉਹ ਪੰਡਤ ਬੋਲੇ ਅੱਗੇ ਆ ਕੇ, ਕਹਿੰਦਾ ਮਲਕ ਭਾਗੋ ਜੀ ਆਹ ਵੇਖੋ ਨਾਨਕ ਜੀ ਆ ਗਏ ਨੇ ਤੁਹਾਡੇ ਕੋਲ। ਮਲਕ ਕਹੇ ਆਨੋ ਮਮ ਪਾਸਾ, ਕਹਿੰਦਾ ਜੀ ਲਿਆਓ ਇਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ। ਸ਼੍ਰੀ ਗੁਰ ਅੰਤਰ ਗਏ ਆਵਾਸਾ, ਜਿੱਥੇ ਮਲਕ ਭਾਗੋ ਅੰਦਰ ਬੈਠਾ ਸੀ ਮਹਾਰਾਜ ਜੀ ਉੱਥੇ ਆਏ। ਕਹਿਓ ਜਾਏ
ਮੁਝ ਕਿਉਂ ਬੁਲਵਾਇਓ। ਮਹਾਰਾਜ ਜੀ ਬੋਲੇ, ਕਹਿੰਦੇ ਹਾਂ ਬਈ ਮਲਕ ਭਾਗੋ ਕਿਉਂ ਸੱਦਿਆ ਸਾਨੂੰ? ਬਾਰ ਬਾਰ ਨਿਜ ਮਨੁਜ ਪਠਾਇਓ। ਆ ਬਾਰ-ਬਾਰ ਬੰਦੇ ਭੇਜ ਕੇ ਬੁਲਾਉਂਦਾ ਸੀ, ਸਾਨੂੰ ਕਿਉਂ ਬੁਲਾਇਆ ਹੈ? ਕੌਣ ਕਾਜ ਤੇਰੋ ਮਮ ਸੰਗਾ। ਕਿਹੜਾ ਕੰਮ ਹੈ ਤੇਰਾ ਮੇਰੇ ਨਾਲ? ਤੂੰ ਮੇਰੇ ਕੋਲੋਂ ਕਿਹੜਾ ਕੰਮ ਕਰਾਉਣਾ ਹੈ? ਭੇਜੇ ਆਇਸ ਹੋਏ ਨਿਸੰਗਾ। ਤੂੰ ਨਿਸੰਗ ਹੋ ਕੇ ਹੁਕਮ ਭੇਜ ਕੇ ਬੁਲਾ ਰਿਹਾ ਸਾਨੂੰ। ਇਹਦੇ ਬੁਲਾਉਣ ਦਾ ਤਰੀਕਾ ਵੀ ਸਹੀ ਨਹੀਂ ਸੀ, ਉਹ ਤਾਂ ਹੁਕਮ ਕਰਕੇ ਬੁਲਾ ਰਿਹਾ ਸੀ ਨਾ। ਤੇ ਜੇ ਕਿਸੇ ਨੂੰ ਭੋਜਨ ਤੇ ਸੱਦਣਾ ਹੋਵੇ ਤੇ ਹੁਕਮ ਕਰਕੇ ਥੋੜੀ ਬੁਲਾਈਦਾ। ਉਹ ਤਾਂ ਹੱਥ ਜੋੜ ਕੇ, ਮਹਾਰਾਜ ਜੀ ਭੋਜਨ ਛਕੋ, ਆ ਕੇ ਭੋਜਨ ਗ੍ਰਹਿਣ ਕਰੋ, ਇਹ ਹੁੰਦਾ ਤਰੀਕਾ। ਪਰ ਉਹ ਹੰਕਾਰਿਆ ਉਹਨੂੰ ਕਿੱਥੇ, ਉਹ ਤਾਂ ਕਹਿੰਦਾ ਸੀ ਮੈਂ ਹੀ ਆ। ਮਹਾਰਾਜ ਜੀ ਕਹਿੰਦੇ ਤੂੰ ਹੁਕਮ ਭੇਜ ਭੇਜ ਕੇ ਸਾਨੂੰ ਸੱਦਦਾ ਸੀ, ਬੁਲਾਉਂਦਾ ਸੀ, ਦੱਸ ਭਲਾ ਤੇਰਾ ਕੀ ਕੰਮ ਹੈ ਸਾਡੇ ਨਾਲ? ਸੁਣ ਕਰ ਭਾਗੋ ਬਚਨੀ ਅਲਾਇਓ। ਸੁਣ ਕੇ ਅੱਗੋਂ ਮਲਕ ਭਾਗੋ ਬੋਲਿਆ, ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਕਹਿੰਦਾ ਜੀ ਮੈਂ ਬ੍ਰਹਮ ਭੋਜ ਕੀਤਾ ਤੇ ਤੁਸੀਂ ਕਿਉਂ ਨਹੀਂ ਆਏ ਚੱਲ ਕੇ? ਤੁਹਾਨੂੰ ਸੱਦਾ ਭੇਜਿਆ ਸੀ। ਦਿਜਨੈ ਤੁਜੈ ਅਮੰਤੂ ਦੀਨੋ। ਆ ਪੰਡਤ ਜੀ ਤੁਹਾਨੂੰ ਨਿਉਂਦਾ ਦੇ ਕੇ ਆਏ ਨੇ, 2 ਵਾਰੀ ਕਹਿ ਕੇ ਆਏ ਨੇ। ਆਨ ਆਹਾਰ ਨ ਖਾਵਨ ਕੀਨੋ। ਤੇ ਤੁਸੀਂ ਆ ਕੇ ਭੋਜਨ ਕਿਉਂ ਨਹੀਂ ਛਕਿਆ ਮੇਰੇ ਕੋਲ? ਕਿਉਂ ਨਹੀਂ ਆ ਕੇ ਅੰਨ ਗ੍ਰਹਿਣ ਕੀਤਾ? ਬ੍ਰਹਮ ਭੋਜ ਮੈਂ ਦੋਖੂ ਕਵਨਾ। ਮੈਂ ਏਡਾ ਵਧੀਆ ਬ੍ਰਹਮ ਭੋਜ ਕੀਤਾ, ਇਹਦੇ 'ਚ ਕੀ ਦੋਸ਼ ਹੈ? ਇਹ ਬ੍ਰਹਮ ਭੋਜ ਹੈ, ਇਹਦੇ 'ਚ ਕਿਹੜੀ ਕਮੀ ਸੀ ਬ੍ਰਹਮ ਭੋਜ ਦੇ ਵਿੱਚ? ਜੈ ਪਿਕਨੇ ਆਵਾ ਮੁਝ ਭਵਨਾ। ਕਿ ਤੁਸੀਂ ਮੇਰੇ ਬ੍ਰਹਮ ਭੋਜ ਦੇ ਵਿੱਚ ਦੋਸ਼ ਵੇਖ ਕੇ ਮੇਰੇ ਕੋਲ ਆਏ ਨਹੀਂ ਘਰ ਤੇ ਆ ਕੇ ਭੋਜਨ ਨਹੀਂ ਛਕਿਆ। ਹਮ ਫਕੀਰ ਸਭ ਤੇ ਸੋ ਬਿਦਾਵੇ। ਸੁਣ ਕੇ ਮਹਾਰਾਜ ਜੀ ਬੋਲੇ, ਪਾਤਸ਼ਾਹ ਕਹਿਣ ਲੱਗੇ ਮਲਕ ਭਾਗੋ ਅਸੀਂ ਆ ਫਕੀਰ ਦਰਵੇਸ਼, ਅਸੀਂ ਦਾਵੇ ਤੋਂ ਰਹਿਤ ਰਹਿੰਦੇ ਹਾਂ। ਫਕੀਰ ਕੋਈ ਦਾਵਾ ਨਹੀਂ ਕਰਦਾ ਹੁੰਦਾ, ਅਸੀਂ ਦਾਵੇ ਤੋਂ ਰਹਿਤ ਹਾਂ। ਜੈ ਗੁਜਰੇ ਤੈ ਹੀ ਗੁਜਰਾਵੇ। ਜਿੱਥੇ ਬੈਠਿਆਂ ਸਾਡਾ ਗੁਜ਼ਾਰਾ ਹੁੰਦਾ ਉੱਥੇ ਅਸੀਂ ਆਪਣਾ ਜਿਹੋ ਜਿਹਾ ਸਮਾਂ ਆਵੇ ਗੁਜ਼ਾਰ ਲੈਨੇ ਆ। ਅਸੀਂ ਦਾਵਾ ਨਹੀਂ ਕਰਦੇ। ਫਕੀਰ ਦਾ ਕੀ ਕੰਮ ਦਾਵਾ ਕਰਕੇ ਰਹਿਣਾ ਵੀ ਨਹੀਂ ਜੀ ਮੈਂ ਇਹੀ ਛਕਣਾ ਹੈ, ਮੈਂ ਜਾਣਾ ਬ੍ਰਹਮ ਭੋਜ ਵਿੱਚ ਜਾਂ ਮੈਂ ਨਹੀਂ ਜਾਣਾ। ਇਦਾਂ ਦੀਆਂ ਉਹ ਜਿਹੜਾ ਫਕੀਰ ਹੁੰਦਾ ਉਹ ਦਾਵੇ ਤੋਂ ਰਹਿਤ ਹੋ ਕੇ ਜਿਹੋ ਜਿਹਾ ਉਹਨੂੰ ਜੋ ਮਿਲ ਜੇ, ਜਿੱਥੇ ਬੈਠਾ ਉੱਥੇ ਜੋ ਮਿਲ ਜਾਏ ਉਹਦੇ ਵਿੱਚ ਆਨੰਦ 'ਚ ਰਹਿੰਦਾ ਹੈ। ਉਹਨੂੰ ਕਿਤੇ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਪੈਂਦੀ। ਦੋਹਰਾ ਜਹਾਂ ਬਨੀ ਅਚਵੀ ਤਈ ਲਾਲਚ ਅਚਵਨ ਨਾਏ। ਮਹਾਰਾਜ ਜੀ ਕਹਿੰਦੇ ਜਿਹੜਾ ਫਕੀਰ ਹੁੰਦਾ ਜਿੱਥੇ ਜੋ ਬਣਿਆ ਉੱਥੇ ਜੋ ਜਿਹੋ ਜਿਹਾ ਬਣਿਆ ਉਹ ਛਕ ਲੈਂਦਾ। ਕਿਸੇ ਹੋਰ ਜਗ੍ਹਾ ਤੇ ਜਾ ਕੇ ਛਕਣ ਦੀ ਉਹਨੂੰ ਲਾਲਸਾ ਨਹੀਂ ਹੁੰਦੀ, ਉਹਦੇ ਅੰਦਰ ਲਾਲਚ ਨਹੀਂ ਹੁੰਦਾ ਕਿ ਕਿਤੇ ਵਧੀਆ ਪਕਵਾਨ ਵਰਤ ਰਹੇ ਨੇ ਤੇ ਉੱਥੇ ਜਾ ਕੇ ਛਕੀਏ। ਉਹਦੇ ਕੋਲ ਜਿਸ ਤਰ੍ਹਾਂ ਦਾ ਬਣਿਆ ਜਿਹੋ ਜਿਹਾ ਹਾਜ਼ਰ ਹੋ ਗਿਆ ਉਹਨੇ ਛਕ ਲੈਣਾ। ਹਾਂਜੀ, ਜੈਸੇ ਦੇਵੇਂ ਆਨ ਕੋ ਔਰ ਕਰ ਹਰਖ ਸੁਖਾਏ। ਜਿਹੜਾ ਫਕੀਰ ਹੁੰਦਾ ਉਹ ਜਿਹੋ ਜਿਹਾ ਉਹਨੂੰ ਕੋਈ ਲਿਆ ਕੇ ਹਾਜ਼ਰ ਕਰ ਦੇਵੇ ਉਹ ਖੁਸ਼ੀ ਦੇ ਨਾਲ ਉਹਨੂੰ ਛਕ ਲੈਂਦਾ। ਉਹ ਰੁੱਖੀ ਸੁੱਖੀ ਲਿਆ ਦੇਵੇ, ਕੋਈ ਪੂੜੀ ਲਿਆ ਦੇਵੇ, ਜਿੱਦਾਂ ਦਾ ਵੀ ਕੋਈ ਲਿਆ ਦੇਵੇ ਹਾਜ਼ਰ ਕਰ ਦੇਵੇ, ਫਕੀਰ ਛਕ ਲੈਂਦਾ, ਖੁਸ਼ੀ ਨਾਲ ਛਕ ਲੈਂਦਾ। ਉਹਦੇ ਅੰਦਰ ਲਾਲਸਾ ਨਹੀਂ ਹੁੰਦੀ ਕਿ ਉਹ ਚੇਚੇ ਤੌਰ ਤੇ ਕਿਸੇ ਦੇ ਘਰ ਬ੍ਰਹਮ ਭੋਜ ਤੇ ਜਾਣਾ। ਜੋ ਪਈ ਸੁਨ ਕਰ ਮਲਕ ਕਈ ਰਿਸ ਬੈਨਾ। ਪਾਤਸ਼ਾਹ ਦੇ ਬਚਨ ਸੁਣ ਕੇ ਮਲਕ ਭਾਗੋ ਬੜਾ ਗੁੱਸੇ 'ਚ ਆਇਆ ਹੋਇਆ ਬੋਲਿਆ, ਭਾ ਵਿਪਰੀਤ ਹਿਰਦੇ ਤੁਝ ਭੈਨਾ। ਕਹਿੰਦਾ ਤੁਸੀਂ ਮੇਰੇ ਸਾਹਮਣੇ ਹੀ ਮੇਰੇ ਤੋਂ ਉਲਟ ਗੱਲਾਂ ਕਰਦੇ ਹੋ, ਤੁਹਾਨੂੰ ਡਰ ਨਹੀਂ, ਤੁਹਾਨੂੰ ਖੌਫ ਨਹੀਂ ਆਉਂਦਾ ਮੇਰਾ? ਏਦਾਂ ਬੋਲਿਆ। ਸੁਨੀ ਹਮੇ ਤਵ ਖੱਤਰੀ ਜਾਤਾ। ਮੈਂ ਸੁਣਿਆ ਵੀ ਤੁਸੀਂ ਵੀ ਬੇਦੀ ਖੱਤਰੀਆਂ ਵਿੱਚੋਂ ਹੋ, ਖੱਤਰੀ ਵਰਨ ਹੈ ਤੁਹਾਡਾ। ਸ਼ੂਦਰਨ ਸਦਨ ਅਸਨ ਨਿਤ ਖਾਤਾ। ਤੇ ਤੁਸੀਂ ਖੱਤਰੀ ਹੋ ਕੇ ਸ਼ੂਦਰਾਂ ਦੇ ਘਰ ਜਾ ਕੇ ਰੋਟੀ ਖਾਂਦੇ ਹੋ, ਰੋਜ਼ ਸ਼ੂਦਰਾਂ ਦੇ ਘਰ ਰਹਿੰਦੇ ਹੋ, ਸ਼ੂਦਰ ਦੇ ਘਰ ਦਾ ਭੋਜਨ ਛਕਦੇ ਹੋ। ਤਪਾ ਰਖਾਇਓ ਆਖੈ ਤੋਈ। ਔਰ ਫਿਰ ਤੁਸੀਂ ਆਪਣੇ ਆਪ ਨੂੰ ਨਾਨਕ ਤਪਾ ਅਖਾਉਂਦੇ ਹੋ। ਦੇਖਤਈ ਰਿਸ ਉਪਜੈ ਮੋਈ। ਤੁਹਾਨੂੰ ਵੇਖ ਕੇ ਤਾਂ ਮੈਨੂੰ ਗੁੱਸਾ ਆ ਰਿਹਾ, ਤੁਹਾਡੀ ਇਹ ਕਿਰਿਆ ਵੇਖ ਕੇ ਮੈਨੂੰ ਕ੍ਰੋਧ ਆ ਰਿਹਾ ਹੈ। ਬ੍ਰਹਮ ਭੋਜ ਕੋ ਨਾਮ ਰਖੇਈ। ਕਿ ਮੇਰਾ ਜਿਹੜਾ ਬ੍ਰਹਮ ਭੋਜ ਹੈ
ਇਸ ਬ੍ਰਹਮ ਭੋਜ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ। ਅੰਨ ਪਾਕ ਕਰ ਨੀਚ ਅਚੇਈ। ਔਰ ਇੱਕ ਨੀਚ ਦੇ ਘਰ, ਸ਼ੂਦਰ ਦੇ ਘਰ ਤੁਸੀਂ ਪਵਿੱਤਰ ਭੋਜਨ ਸਮਝ ਕੇ ਛਕਦੇ ਹੋ। ਰਹੇ ਬੁਲਾਏ ਨਾ ਹਮ ਕਰ ਆਵਾ। ਫਿਰ ਮੇਰੇ ਬੁਲਾਉਣ ਤੇ ਵੀ ਨਹੀਂ ਆਏ ਤੁਸੀਂ, 2 ਵਾਰੀ ਤੁਹਾਨੂੰ ਪਹਿਲਾਂ ਸੁਨੇਹਾ ਭੇਜਿਆ। ਕਹਿ ਕੋ ਕਹਿਨ ਨਾ ਮਨ ਮੈਂ ਲਿਆਵਾ। ਤੁਸੀਂ ਕਿਸੇ ਦਾ ਕਹਿਣਾ ਆਪਣੇ ਮਨ 'ਚ ਨਹੀਂ ਲਿਆਂਦਾ। ਦਿਜ ਖੱਤਰੀ ਬੈਸਨ ਸਭ ਖਾਇਓ। ਆ ਵੇਖੋ ਸਾਰੇ ਬ੍ਰਾਹਮਣ ਖੱਤਰੀ ਵੈਸ਼ ਇੱਥੇ ਮੇਰੇ ਕੋਲ ਭੋਜਨ ਛਕ ਕੇ ਗਏ ਨੇ ਤੇ ਛਕ ਰਹੇ ਨੇ। ਸੋਨੇ ਏਕੇ ਹਿਰਦੇ ਪਾਇਓ। ਤੁਹਾਡੇ ਮਨ ਨੂੰ ਨਹੀਂ ਭਾਉਂਦਾ ਇਹ ਬ੍ਰਹਮ ਭੋਜ? ਹੋਰ ਨੂੰ ਤਾਂ ਕਿਸੇ ਨੂੰ ਮੇਰੇ ਬ੍ਰਹਮ ਭੋਜ 'ਚ ਕੋਈ ਕਮੀ ਦਿਸੀ ਨਹੀਂ, ਤੁਸੀਂ ਕਿਉਂ ਨਹੀਂ ਛਕਦੇ? ਇਹ ਬਾਕੀ ਸਾਰੇ ਛਕ ਕੇ ਗਏ ਹਨ ਤੇ ਛਕ ਰਹੇ ਨੇ। ਦੋਹਰਾ ਸੁਨ ਸ਼੍ਰੋਨਨ ਸ਼੍ਰੀ ਗੁਰ ਪਨੇ ਆਨੋ ਅਬੇ ਆਹਾਰੇ। ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਚੰਗਾ ਵੀ ਮਲਕ ਭਾਗੋ ਤੇਰੀਆਂ ਰੋਟੀਆਂ ਵੀ ਲੈ ਆ, ਫਿਰ ਮੰਗਾ ਜਿਹੜਾ ਭੋਜਨ ਤੂੰ ਬ੍ਰਹਮ ਭੋਜ ਚ ਬਣਾਇਆ ਲਿਆ ਸਾਡੇ ਕੋਲ ਹਾਜ਼ਰ ਕਰ। ਬ੍ਰਹਮ ਭੋਜ ਮੈਂ ਜੋ ਕਰਿਓ ਰਹੇ ਨ ਚਾਹ ਤੁਮਾਰੇ। ਚੱਲ ਮਲਕ ਭਾਗੋ ਕਿਤੇ ਤੇਰੀ ਚਾਹਨਾ ਵੀ ਮਨ ਚ ਨਾ ਰਹਿ ਜਾਏ, ਤੇਰੀ ਇੱਛਾ ਪੂਰੀ ਕਰ ਦਿੰਦੇ ਆ। ਲਿਆ ਜੋ ਜੋ ਬ੍ਰਹਮ ਭੋਜ ਚ ਬਣਾਇਆ ਲਿਆ ਕੇ ਥਾਲ ਚ ਪਰੋਸ ਕੇ ਰੱਖ ਸਾਡੇ ਕੋਲ। ਕੋਈ ਵਸਤੂ ਰਹਿਣ ਨਾ ਦੇਈ ਜਿਹੜੀ ਬ੍ਰਹਮ ਭੋਜ ਚ ਤੂੰ ਨਾ ਬਣਾਈ ਹੋਵੇ ਤੇ ਸਾਨੂੰ ਥਾਲ ਚ ਨਾ ਪਾ ਕੇ ਦੇਵੇਂ। ਜੋ ਜੋ ਬਣਾਇਆ ਉਹ ਸਭ ਕੁਝ ਲਿਆ ਕੇ ਸਾਡੇ ਕੋਲ ਹਾਜ਼ਰ ਕਰ, ਕਿਤੇ ਤੇਰੀ ਚਾਹਨਾ ਵੀ ਨਾ ਰਹਿ ਜਾਏ ਕਿ ਮੈਂ ਨਾਨਕ ਤਾਪਾ ਜੀ ਨੂੰ ਆਪਣੇ ਬ੍ਰਹਮ ਭੋਜ ਚੋਂ ਭੋਜਨ ਨਹੀਂ ਦੇ ਸਕਿਆ। ਲਿਆ ਅਸੀਂ ਤੇਰੀ ਇੱਛਾ ਵੀ ਪੂਰੀ ਕਰ ਦਿੰਨੇ ਹਾਂ। ਜੋ ਪਈ ਤੈਂ ਸੋ ਕਏ ਲਾਲੋ ਸੋ ਭਾਖਾ। ਉਧਰ ਮਲਕ ਭਾਗੋ ਨੂੰ ਕਹਿ ਦਿੱਤਾ ਵੀ ਤੂੰ ਲਿਆ ਭੋਜਨ ਆਪਣਾ। ਇਧਰ ਭਾਈ ਲਾਲੋ ਨੂੰ ਸਤਿਗੁਰਾਂ ਨੇ ਲਾਗੇ ਬੈਠੇ ਸੀ, ਭਾਈ ਲਾਲੋ ਜੀ। ਭਾਈ ਲਾਲੋ ਨੂੰ ਸਤਿਗੁਰੂ ਜੀ ਨੇ ਕਿਹਾ ਆਨੋ ਅਸਨ ਹੋਏ ਕੁਛ ਰਾਖਾ। ਮਹਾਰਾਜ ਜੀ ਕਹਿੰਦੇ ਭਾਈ ਲਾਲੋ ਜੀ ਤੁਸੀਂ ਵੀ ਜਾਓ ਘਰ ਤੇ ਜਿਹੜਾ ਕੋਈ ਪ੍ਰਸ਼ਾਦਾ ਇੱਕ ਅੱਧਾ ਪਿਆ ਹੋਵੇ ਘਰ 'ਚ ਬਚਿਆ ਵਧਿਆ ਉਹ ਤੁਸੀਂ ਵੀ ਲੈ ਆਓ, ਜਿਹੋ ਜਿਹਾ ਵੀ ਹੈ ਜੋ ਹਾਜ਼ਰ ਹੋਵੇ ਘਰ 'ਚ। ਜੇ ਇੱਕ ਅੱਧਾ ਪ੍ਰਸ਼ਾਦਾ ਵਧਿਆ ਹੋਵੇ, ਭੋਜਨ ਛਕ ਹਟੇ ਸਨ, ਵੀ ਜਿਹੜਾ ਕੋਈ ਇੱਕ ਅੱਧਾ ਪ੍ਰਸ਼ਾਦਾ ਪਿਆ ਹੋਵੇ ਘਰ 'ਚ ਪੱਕਿਆ ਤੇ ਛੇਤੀ ਤੂੰ ਵੀ ਲੈ ਕੇ ਆ ਜਾ। ਭਾਈ ਲਾਲੋ ਨੂੰ ਵੀ ਭੇਜ ਦਿੱਤਾ। ਲਾਲੋ ਨਿਜ ਕਰ ਆਵਾ ਦੋਰਾ। ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਲਾਲੋ ਜੀ ਬੜੀ ਕਾਹਲੀ ਕਾਹਲੀ ਕਦਮ ਪੁੱਟ ਕੇ ਘਰ ਆਏ। ਲੀਨ ਕੋਦਰੇ ਕੋ ਟੁਕ ਟੋਰਾ। ਕਹਿੰਦੇ ਕੋਦਰੇ ਦਾ ਇੱਕ ਟੁਕੜਾ ਪ੍ਰਸ਼ਾਦੇ ਦਾ ਉਹ ਪਿਆ ਸੀ ਘਰ। ਕੋਦਰੇ ਦਾ ਇੱਕ ਪ੍ਰਸ਼ਾਦਾ ਸੀ ਪਿਆ ਘਰ 'ਚ, ਉਹ ਲੱਭਿਆ ਵਿੱਚੋਂ ਛਾਬੇ ਦੇ ਵਿੱਚੋਂ। ਛਾਬੇ ਹੁੰਦੇ ਸਨ ਪਹਿਲਾਂ ਰੋਟੀਆਂ ਰੱਖਣ ਵਾਲੇ, ਉਹ ਛਾਬਾ ਬਣਿਆ, ਉਹਦੇ ਛਾਬੇ ਦੇ ਵਿੱਚੋਂ ਭਾਈ ਸਾਹਿਬ ਭਾਈ ਲਾਲੋ ਜੀ ਨੇ ਉਹ ਪ੍ਰਸ਼ਾਦਾ ਕੋਦਰੇ ਦਾ ਬਣਿਆ ਟੋਲਿਆ, ਲੱਭਿਆ ਤੇ ਲੈ ਲਿਆ। ਮਲਕ ਅਸਨ ਸਨਿਗਧ ਮੰਗਾਵਾ। ਭਾਈ ਲਾਲੋ ਕੋਦਰੇ ਦਾ ਪ੍ਰਸ਼ਾਦਾ ਲੈ ਆਏ ਤੇ ਉਧਰੋਂ ਮਲਕ ਭਾਗੋ ਨੇ ਜਿਹੜਾ ਥਾਲ ਪਰੋਸਿਆ ਸੀ ਉਹਦੇ 'ਚ ਸਨਿਗਧ ਦਾ ਮਤਲਬ ਹੁੰਦਾ ਵੀ ਘਿਓ ਨਾਲ ਗੱਚ ਰੋਟੀਆਂ, ਵੀ ਘਿਓ ਨਾਲ ਚੋਪੜੀਆਂ ਹੋਈਆਂ। ਫਿਰ ਪੂੜੀਆਂ ਜਿਹੜੀਆਂ ਤਲੀਆਂ ਹੋਈਆਂ, ਪੂੜੇ ਸਨ ਤਲੇ ਹੋਏ, ਉਹ ਬਣਵਾਏ। ਬ੍ਰਹਮ ਭੋਜ ਮੈਂ ਜੋ ਕਰਵਾਵਾ। ਉਹਨੇ ਘਿਓ ਵਾਲੇ ਜਿਹੜੇ ਭੋਜਨ ਬਣਾਏ ਸੀ, ਸਨਿਗਧ ਕਹਿੰਦੇ ਆ ਘਿਓ ਵਾਲਾ, ਵੀ ਜਿਹੜੇ ਘਿਓ ਵਾਲੇ ਪਕਵਾਨ ਬ੍ਰਹਮ ਭੋਜ ਚ ਬਣਵਾਏ ਹੋਏ ਸਨ। ਪੂਪ ਪੂਰਿਕਾ ਬਹੁਰ ਤਿਹਾਵਲ। ਪੂੜੇ ਤੇ ਪੂੜੀਆਂ ਤੇ ਧਿਆਵਲ ਕਹਿੰਦੇ ਕੜਾ, ਉਹ ਬਣਾਇਆ ਹੋਇਆ ਤੇ ਉਹ ਨਾਲ ਪਾ ਕੇ ਮੰਗਾਇਆ। ਬਵਿੱਧ ਆਹਾਰ ਮੰਗਾਏ ਉਤਾਵਲ। ਦਹੀਂ ਪਾਈ ਹੋਈ ਤੇ ਦਹੀਂ ਵਿੱਚ ਵੜੀਆਂ ਪਾਈਆਂ ਹੋਈਆਂ। ਇਸੇ ਤਰ੍ਹਾਂ ਚਾਵਲ ਹੋਰ ਜੋ ਜੋ ਕੁਝ ਵੀ ਬਣਾਇਆ ਸੀ ਮਲਕ ਭਾਗੋ ਨੇ ਇੱਕ ਵੱਡਾ ਥਾਲ ਬਣਾ ਕੇ ਪਰੋਸ ਕੇ ਮੰਗਵਾ ਕੇ ਬੜੀ ਕਾਹਲੀ ਨਾਲ ਸਤਿਗੁਰਾਂ ਦੇ ਕੋਲ ਮੰਗਾਇਆ। ਆਗੇ ਸ਼੍ਰੀ ਨਾਨਕ ਕੇ ਰਾਖੇ। ਉਹ ਥਾਲ ਤਿਆਰ ਕਰਕੇ ਮਲਕ ਭਾਗੋ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖਿਆ। ਖਾਓ ਚਾਹੋ ਸੋ ਇਉ ਮੁਖ ਭਾਖੇ। ਤੇ ਕਹਿਣ ਲੱਗਾ ਲਓ ਮਹਾਰਾਜ ਜੀ ਇਹ ਪ੍ਰਸ਼ਾਦਾ ਛਕੋ, ਇਹ ਬ੍ਰਹਮ ਭੋਜ ਹੈ ਸਾਡਾ,
ਇਹ ਭੋਜਨ ਤੁਸੀਂ ਵੀ ਛਕੋ, ਸਾਰਿਆਂ ਨੇ ਛਕਿਆ ਹੈ। ਲਾਲੋ ਕੀ ਦਿਸ਼ ਦੇਖ ਦਿਆਲਾ। ਉਧਰ ਭਾਈ ਲਾਲੋ ਦੇ ਹੱਥ 'ਚ ਕੋਧਰੇ ਦੀ ਸੁੱਕੀ ਰੋਟੀ ਹੈ ਤੇ ਇਧਰ ਮਲਕ ਭਾਗੋ ਦੇ ਪੂੜੇ ਤੇ ਪੂੜੀਆਂ, ਖੀਰ, ਕੜਾ, ਭਾਂਤ ਭਾਂਤ ਦੇ ਪਕਵਾਨ ਨੇ। ਇੱਥੇ ਹੁਣ ਵੇਖਣਾ ਹੈ ਕਿ ਸਿੱਖੀ ਕਿਸ ਨੂੰ ਕਹਿੰਦੇ ਐ। ਮਲਕ ਭਾਗੋ ਦੇ ਹੱਥ ਵਿੱਚ ਕੋਧਰੇ ਦੀ ਰੋਟੀ ਹੈ, ਇਧਰ ਮਲਕ ਭਾਗੋ ਦੇ ਵੱਲੋਂ ਪਰੋਸਿਆ ਥਾਲ ਅਨੇਕ ਪ੍ਰਕਾਰ ਦੇ ਪਕਵਾਨ ਹੈ। ਤੇ ਮਹਾਰਾਜ ਜੀ ਭਾਈ ਲਾਲੋ ਵੱਲ ਵੇਖ ਕੇ ਲੀਨ ਕੋਦਰੇ ਟੁਕ ਤਤਕਾਲਾ। ਮਲਕ ਭਾਗੋ ਦੇ ਪੂੜੇ ਨਹੀਂ ਮਹਾਰਾਜ ਜੀ ਨੇ ਗ੍ਰਹਿਣ ਕੀਤੇ, ਭਾਈ ਲਾਲੋ ਦੇ ਹੱਥੋਂ ਕੋਧਰੇ ਦਾ ਪ੍ਰਸ਼ਾਦਾ ਲੈ ਲਿਆ। ਇਹ ਸਿੱਖੀ ਹੈ ਗੁਰੂ ਖਾਲਸਾ ਜੀ। ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਗ੍ਰਹਿਣ ਕੀਤਾ। ਮਹਾਰਾਜ ਗਰੀਬ ਨਵਾਜ ਹਨ ਤੇ ਪਾਤਸ਼ਾਹ ਜਾਣਦੇ ਨੇ ਕਿ ਮੇਰੇ ਸਿੱਖ ਦੇ ਇਸ ਕੋਧਰੇ ਦੇ ਪ੍ਰਸ਼ਾਦੇ ਵਿੱਚ ਇਹਦਾ ਖੂਨ ਤੇ ਪਸੀਨਾ, ਇਹਦੀ ਧਰਮ ਦੀ ਕਿਰਤ ਦੀ ਕਮਾਈ ਹੈ। ਤੇ ਉਧਰ ਮਲਕ ਭਾਗੋ ਦੇ ਪੂੜਿਆਂ ਵਿੱਚ ਮੇਰੇ ਗੁਰਦੇਵ ਨੂੰ ਅਨੇਕਾਂ ਗਰੀਬਾਂ ਤੇ ਨਿਮਾਣਿਆਂ ਦਾ ਖੂਨ ਨਜ਼ਰ ਆ ਰਿਹਾ ਹੈ। ਤੇ ਗਰੀਬ ਨਵਾਜ ਸਾਹਿਬ ਨੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਇੱਕ ਹੱਥ 'ਚ ਲੈ ਲਿਆ, ਉਧਰ ਮਲਕ ਭਾਗੋ ਦੇ ਪੂੜੇ ਜਿਹੜੇ ਪਏ ਨੇ, ਇੱਕ ਪੂੜਾ ਉਹਦੇ 'ਚੋਂ ਇੱਕ ਦੂਜੇ ਹੱਥ 'ਚ ਲੈ ਲਿਆ। ਤੇ ਗਰੀਬ ਨਵਾਜ ਸਾਹਿਬ ਜੀ ਜਿਵੇਂ ਦੁੱਧ ਦੀ ਧਾਰ ਤੇ ਲਹੂ ਦੀ ਧਾਰ ਵਹਾ ਕੇ ਪ੍ਰਗਟ ਕਰਕੇ ਵਿਖਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਸਤਿਗੁਰਾਂ ਦੀ ਜਨਮ ਸਾਖੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਹੇ ਸੰਗੀ ਹੈ ਨਿਰੰਕਾਰ। ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ। ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ। ਹੈ ਪੀਓ ਵਣਿਆਰ, ਹੇ ਸੰਤਹ ਕੈ